ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਛੋਟਾ ਜਿਹਾ ਫਤਿਹਵੀਰ 125 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗਿਆ ਤਾਂ ਅਸੀਂ ਜਾਗੇ। ਸਾਡੇ ਕੋਲ ਐਮਰਜੈਂਸੀ ਹਾਲਾਤ ਨਾਲ ਸਿੱਝਣ ਲਈ ਕੀ ਸਹੂਲਤਾਂ ਹਨ ਪਤਾ ਕੀਤਾ। ਮੁੱਦੇ ਸਾਹਮਣੇ ਆਏ। ਬੋਰਵੈਲ ਢੱਕ ਦਿਓ, ਡੂੰਘੇ ਖੂਨੁਮਾ ਬੋਰਵੈਲ ਵਿੱਚੋਂ ਬੱਚਾ ਕਿਵੇਂ ਕੱਢਣਾ ਹੈ ਇਹ ਡਿਸਕਸ ਕਰ ਰਹੇ ਹਾਂ, ਇਹਦੇ ਤੇ ਬਹਿਸ ਕਰ ਰਹੇ ਹਾਂ। ਪੁਲਿਸ ਵਾਲੇ ਨੌਜਵਾਨ ਜਸਪਾਲ ਸਿੰਘ ਨੂੰ ਚੁੱਕ ਕੁੱਟ-ਕੁੱਟ ਮਾਰ ਦਿੰਦੇ ਨੇ, ਲਾਸ਼ ਖੁਰਦ-ਬੁਰਦ ਕਰ ਦਿੱਤੀ ਜਾਂਦੀ ਹੈ। ਇੱਕ ਪੁਲਿਸ ਵਾਲਾ ਵੀ ਮੁਬੈਨਾ ਤੌਰ ਤੇ ਖੁਦਕੁਸ਼ੀ ਕਰ ਲੈਂਦਾ। ਫਿਰ ਅਸੀਂ ਧਰਨਾ ਪ੍ਰਦਰਸ਼ਨ ਕਰਦੇ ਹਾਂ। ਮੰਗ ਸਾਡੀ ਕੀ ਸੀ? ਜਾਂਚ ਕਰਵਾਓ, ਦੋਸ਼ੀ ਨੂੰ ਸਜ਼ਾ ਦਿਓ, ਪਰਿਵਾਰ ਨੂੰ ਮੁਆਵਜ਼ਾ ਦਿਓ। ਹੁਣ ਦਿੱਲੀ ਵਿੱਚ ਇੱਕ ਟੈਂਪੂ ਵਾਲਾ ਪੁਲਿਸ ਵਾਲੇ ਨਾਲ ਤਕਰਾਰ ਵਿੱਚ ਪੈ ਜਾਂਦਾ, ਤਲਵਾਰ ਕੱਢਦਾ। ਪੁਲਿਸ ਵਾਲੇ ਫਿਰ ਆਪਣੇ ਪੁਲਿਸ ਵਾਲੇ ਹੋਣ ਦਾ ਸਬੂਤ ਦਿੰਦੇ ਨੇ ਤੇ ਘਟਨਾ ਦੀ ਫਿਲਮ ਪੂਰੇ ਦੇਸ਼ ਵਿੱਚ ਚੱਲਦੀ ਹੈ। ਧਰਨਾ ਪ੍ਰਦਰਸ਼ਨ ਕਾਰਜਕ੍ਰਮ ਸ਼ੁਰੂ। ਮੰਗ ਸਾਡੀ ਕੀ ਹੈ? ਜਾਂਚ ਕਰਵਾਓ, ਦੋਸ਼ੀ ਨੂੰ ਸਜ਼ਾ ਦਿਓ, ਪਰਿਵਾਰ ਨੂੰ ਮੁਆਵਜ਼ਾ ਦਿਓ। ਬੋਰਵੈਲ ਵਿੱਚ ਬੱਚਾ ਡਿੱਗਿਆ ਤਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸਾਰੇ ਬੋਰਵੈਲ ਢੱਕ ਦਿਓ ਜੀ। ਹੁਣ ਅਗਲੀ ਵੀ ਤਾਂ ਫਿਲਮ ਆਉਣੀ ਹੈ। ਇੱਕ ਬੱਚੀ ਘਰ ਦੀ ਛੱਤ ਤੇ ਬਿਜਲੀ ਦੀਆਂ ਤਾਰਾਂ ਨਾਲ ਚਿਪਕ ਮਰ ਜਾਵੇਗੀ, ਰੱਬ ਕਰੇ ਨਾ ਹੋਵੇ ਪਰ ਹੋ ਸਕਦਾ। ਫਿਰ ਅਸੀਂ ਕਰਾਂਗੇ ਧਰਨਾ ਪ੍ਰਦਰਸ਼ਨ ਤੇ ਮੰਗ ਸਾਡੀ ਕੀ ਹੋਵੇਗੀ? ਜਾਂਚ ਕਰਵਾਓ, ਬਿਜਲੀ ਵਿਭਾਗ ਦੇ ਦੋਸ਼ੀ ਮੁਲਾਜ਼ਮਾਂ ਨੂੰ ਸਜ਼ਾ ਦਿਓ, ਪਰਿਵਾਰ ਨੂੰ ਮੁਆਵਜ਼ਾ ਦਿਓ। ਮੁੱਖ ਮੰਤਰੀ ਸਾਹਿਬ ਦਾ ਬਿਆਨ ਵੀ ਆਵੇਗਾ, ਹੋ ਸਕਦਾ ਸਿਰਫ ਟਵੀਟ ਹੀ ਆਵੇ। ਸਾਰੇ ਬਿਜਲੀ ਦੇ ਤਾਰ ਲੋਕਾਂ ਦੇ ਘਰਾਂ ਦੀਆਂ ਛੱਤਾਂ ਉੱਤੋਂ ਹਟਾ ਲਵੋ, ਹੋ ਸਕਦਾ 24 ਘੰਟਿਆਂ 'ਚ ਹੀ ਕਰਨ ਨੂੰ ਕਹਿਣ। ਉਹ ਜਦੋਂ ਕਹਿੰਦੇ ਨੇ ਫਿਰ 24 ਘੰਟੇ ਕਹਿੰਦੇ ਨੇ। ਜੇ ਤਾਂ ਇਹੀ ਕੰਮ ਕਰਨੇ ਨੇ, ਇਵੇਂ ਹੀ ਕਰਨੇ ਨੇ ਤਾਂ ਵੱਖਰੀ ਗੱਲ ਆ। ਜੇ ਇਹ ਜਾਣਨਾ ਕਿ ਸਮਾਜਿਕ ਸਰੋਕਾਰਾਂ ਨਾਲ ਜੁੜੇ ਲੋਕ ਘੋਲਾਂ ਦੇ ਹੋਰ ਕਿਹੜੇ ਤਰੀਕੇ ਨੇ, ਜਿਸ ਵੇਲੇ ਇਸ ਕਿਸਮ ਦੀ ਘਟਨਾ ਹੁੰਦੀ ਹੈ ਤਾਂ ਜਿਹੜਾ ਅਸੀਂ ਧਰਨਾ ਪ੍ਰਦਰਸ਼ਨ ਕਾਰਜਕ੍ਰਮ ਸ਼ੁਰੂ ਕਰਦੇ ਹਾਂ ਉਹਦੇ ਵਿੱਚ ਸਾਡੀ ਮੰਗ ਕੀ ਹੋਵੇਗੀ, ਉਹ ਲੜਾਈ ਅੱਗੇ ਕਿਵੇਂ ਲੈ ਕੇ ਜਾਣੀ ਹੈ, ਤਾਂ ਫਿਰ ਇੱਕ ਵੱਖਰੀ ਤਰ੍ਹਾਂ ਦੀ ਚਰਚਾ ਨਾਲ, ਇੱਕ ਵੱਖਰੀ ਤਰ੍ਹਾਂ ਦੇ ਲੋਕ ਸਰੋਕਾਰਾਂ ਦੇ ਡਿਬੇਟ ਨਾਲ ਜੁੜਨਾ ਪਵੇਗਾ, ਜਿਹਦੇ ਲਈ ਅੱਜ ਸਾਡੇ ਨਾਲ ਜੁੜ ਰਹੇ ਨੇ ਸਰਬਜੀਤ ਸਿੰਘ ਧਾਲੀਵਾਲ ਜੀ, ਬਹੁਤ ਹੀ ਸੀਨੀਅਰ ਪੱਤਰਕਾਰ ਨੇ, ਸਟੇਟ ਹੈਡ ਨੇ ਦੈਨਿਕ ਸਵੇਰਾ ਗਰੁੱਪ ਦੇ। ਸਾਡੇ ਨਾਲ ਜੁੜ ਰਹੇ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ। ਪ੍ਰੋਫੈਸਰ ਮਨਜੀਤ ਸਿੰਘ ਜੀ ਪੋਲੀਟੀਕਲ ਐਨਾਲਿਸਟ ਨੇ, ਐਕਟਿਵਿਸਟ ਨੇ ਤੇ ਵੱਖ-ਵੱਖ ਰੋਲਸ ਦੇ ਵਿੱਚ ਰਹੇ ਨੇ, ਅਕੈਡਮਿਸ਼ੀਅਨ ਰਹੇ ਨੇ, ਸੋਸ਼ੀਓਲੋਜੀ ਦੇ ਨਾਲ ਸੰਬੰਧਿਤ ਵਿਭਾਗ ਵਿੱਚ ਕੰਮ ਕੀਤਾ। ਸਾਡੇ ਨਾਲ ਜੁੜ ਰਹੇ ਨੇ ਸੀਨੀਅਰ ਪੱਤਰਕਾਰ ਦਵੀ ਦਵਿੰਦਰ ਕੌਰ ਜੀ, ਪੰਜਾਬੀ ਟ੍ਰਿਬਿਊਨ ਦੇ ਨਾਲ ਸੰਬੰਧਿਤ ਨੇ, ਸਮੇਂ-ਸਮੇਂ ਤੇ ਸਮਾਜ ਦੇ ਸਾਹਮਣੇ ਦਰਪੇਸ਼ ਜਿਹੜੀਆਂ ਚੁਣੌਤੀਆਂ ਆਉਂਦੀਆਂ ਉਹਨਾਂ ਬਾਰੇ ਲਿਖਦੇ ਰਹਿੰਦੇ ਨੇ। ਸਾਡੇ ਨਾਲ ਡਾਕਟਰ ਕੁਲਦੀਪ ਸਿੰਘ ਜੀ ਜੁੜ ਰਹੇ ਨੇ, ਪੰਜਾਬੀ ਯੂਨੀਵਰਸਿਟੀ ਦੇ ਨਾਲ ਵਾਬਸਤਾ ਅਕੈਡਮਿਸ਼ੀਅਨ ਨੇ ਤੇ ਇਹਨਾਂ ਘਟਨਾਵਾਂ ਨੂੰ ਬੜੀ ਨੇੜਿਓਂ ਪੜ੍ਹਦੇ ਆ ਰਹੇ ਨੇ। ਪ੍ਰੋਫੈਸਰ ਮਨਜੀਤ ਸਿੰਘ ਜੀ, ਜੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਵਾਂ, ਜਿਸ ਕਿਸਮ ਦਾ ਇਹ ਡਿਬੇਟ ਚੱਲਦਾ, ਜੇ ਮੈਂ ਰੀਸੈਂਟ ਵਾਲੀ ਘਟਨਾ ਤੋਂ ਸ਼ੁਰੂ ਕਰਾਂ, ਦਿੱਲੀ ਵਾਲੀ ਤੋਂ, ਤਾਂ ਸਾਡੀ ਮੰਗ ਇਹ ਹੈ ਕਿ ਜਿਹੜੇ ਪੁਲਿਸ ਮੁਲਾਜ਼ਮ ਉਹਦੇ ਵਿੱਚ ਦੇਖੇ ਗਏ ਨੇ ਕਿਸੇ ਨੂੰ ਕੁੱਟਦਿਆਂ ਬੁਰੇ ਤਰੀਕੇ ਨਾਲ, ਉਹਨਾਂ ਨੂੰ ਬਰਖਾਸਤ ਕੀਤਾ ਜਾਵੇ। ਇਹ ਸਭ ਤੋਂ ਵੱਡੀ ਮੰਗ ਹੈ ਤੇ ਮੁਆਵਜ਼ਾ ਦਿੱਤਾ ਜਾਵੇ, ਸਹੀ ਤਰੀਕੇ ਨਾਲ ਜਾਂਚ ਚਲਾਈ ਜਾਵੇ। ਇਹ ਲਗਭਗ ਬਾਕੀ ਦੀ ਸਾਰੀ ਪੁਲਿਸ ਨੂੰ ਸਰਟੀਫਿਕੇਟ ਜਿਹਾ ਜਾਪਦਾ ਹੈ ਕਿ ਜਿਹੜੇ ਉਸ ਵੇਲੇ ਉਸ ਥਾਣੇ 'ਚ ਬੈਠੇ ਸੀ ਜਾਂ ਦਿੱਲੀ ਦੇ ਤਮਾਮ ਬਾਕੀ ਥਾਣਿਆਂ ਵਿੱਚ ਬੈਠੇ ਸੀ ਉਹ ਅਜਿਹਾ ਨਹੀਂ ਕਰਦੇ ਹੋਣਗੇ, ਕਿਉਂਕਿ ਉਹਦੀ ਤੇ ਜਾਂਚ ਦੀ ਮੰਗ ਅਜੇ ਵੀ ਨਹੀਂ ਉੱਠੀ ਹੈ। ਕੀ ਮੰਗ ਰੀਅਲੀ ਹੋਣੀ ਚਾਹੀਦੀ ਸੀ? ਕਿਹੜੇ ਰੀਅਲ ਇਸ਼ੂਜ਼ ਨੂੰ ਇਹ ਅੰਡਰਲਾਈਨ ਕਰਦਾ ਹੈ ਤੇ ਕਿੰਨੀ ਮੰਗ ਉਹ ਝੱਟ ਸੁੰਗੜ ਜਾਂਦੀ ਹੈ ਕਿ ਜੇ ਜਸਪਾਲ ਨੂੰ ਚੁੱਕਿਆ ਤਾਂ ਉਹਨੂੰ ਮਾਰ ਦਿੱਤਾ ਤਾਂ ਫਿਰ ਉਹਦੀ ਜਾਂਚ ਕੀਤੀ ਜਾਵੇ? ਘਟਨਾ ਦਰ ਘਟਨਾ ਹੀ ਅਸੀਂ ਕਿਉਂ ਰਿਐਕਟ ਕਰਦੇ ਹਾਂ? ਇਸ ਤਰ੍ਹਾਂ ਹੈ ਕਿ ਸਾਡੇ ਨਾ ਹਿੰਦੁਸਤਾਨ ਦੇ ਵਿੱਚ ਜਿਹੜੇ ਰਾਜਨੀਤਿਕ ਲੋਕ ਆ ਉਹ ਤੇ ਇੱਕ ਜਿਸ ਤਰ੍ਹਾਂ ਗੈਂਗਸ ਨੁਮਾ ਬਿਹੇਵ ਕਰਨਾ ਸ਼ੁਰੂ ਕਰਤਾ, ਔਰ ਕੋਈ ਵੀ ਕਿੱਡੀ ਤੋਂ ਵੱਡੀ ਆਫਤ ਹੋਏ, ਮੁਸੀਬਤ ਹੋਏ, ਉਹਨਾਂ ਦਾ ਸਭ ਤੋਂ ਪਹਿਲਾਂ ਦਿਮਾਗ 'ਚ ਕੀ ਆਉਂਦਾ? ਇਹ ਨਹੀਂ ਕਿ ਗਾਂ ਤੋਂ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਆਪਾਂ ਇਹਦੀ ਜੜ ਤੇ ਜਾ ਕੇ ਇਹਨੂੰ ਬਿਲਕੁਲ ਪਲੱਗ ਕਰੀਏ ਔਰ ਇਹਨੂੰ ਬੰਦ ਕਰੀਏ। ਇਹ ਨਹੀਂ ਆਉਂਦਾ। ਇਹ ਆਉਂਦਾ ਕਿ ਅੱਛਾ ਹੁਣ ਵਿਰੋਧੀ ਪਾਰਟੀ ਇੱਥੇ ਕੀ ਬਿਆਨ ਦਊਗੀ ਤੇ ਅਸੀਂ ਆਪਣਾ ਬਿਆਨ ਪਿਉਂਤੜਾ ਕੀ ਕਰਕੇ ਇਹਦਾ ਵੱਧ ਤੋਂ ਵੱਧ ਫਾਇਦਾ ਕਿਵੇਂ ਲੈਣਾ। ਇਹ ਗੱਲ ਜਿਹੜੀ ਸਾਡੀ ਪਹਿਲਾ ਦੁਖਾਂਤ ਤੇ ਸਾਡਾ ਇਹ ਹੈ ਕਿ ਇਹ ਜਿਹੜਾ ਗੈਂਗਸ ਨੁਮਾ ਸਾਡੀ ਪੋਲੀਟਿਕਸ ਬਣ ਗਈ ਹੈ, ਰਾਜਨੀਤਿਕ ਜਮਾਤ ਜਿਹੜੀ ਹੈ ਸਾਡੀ, ਉਹਦੇ 'ਚ ਮੈਨੂੰ ਐਂ ਲੱਗਦਾ ਆ ਕਿ ਨਾਲ ਰਲ ਗਈ ਆ ਪੁਲਿਸ ਵੀ। ਜਿਵੇਂ ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਇਹ ਗੈਂਗਸਟਰਸ ਹੈਗੇ ਆ ਇਨ ਯੂਨੀਫਾਰਮ, ਇਹਨਾਂ ਤੋਂ ਬਚੋ। ਇਸ ਤਰੀਕੇ ਨਾਲ ਜਿਹੜੀ ਕੁੱਲ ਮਿਲਾ ਕੇ ਅਫਸਰਸ਼ਾਹੀ ਜਿਸ ਵੇਲੇ ਘਟਨਾ ਹੋ ਜਾਂਦੀ ਹੈ, ਜਿਹੜਾ ਉਸ ਵੇਲੇ ਲੋਕਾਂ ਦਾ ਘੋਲ ਹੈ ਉਹ ਲਾਰਜਰ ਸਾਰਿਆਂ ਨੂੰ, ਆਫਟਰ ਆਲ ਪੋਲੀਟੀਕਲ ਲੀਡਰਸ਼ਿਪ ਵੀ ਤਾਂ ਚਾਹੀਦੀ ਹੁੰਦੀ ਹੈ। ਲੋਕ ਤਾਂ ਗੁੱਸੇ ਵਿੱਚ ਬਾਹਰ ਆਏ, ਉਹਨਾਂ ਦਾ ਬਾਹਰ ਆਣਾ ਉਸ ਸਾਰੇ ਘੋਲ ਨੂੰ ਸ਼ਕਤੀ ਦਿੰਦਾ ਹੈ, ਜਿਹੜਾ ਨਾਰਮਲੀ ਅਸੀਂ ਨਹੀਂ ਲੜ ਪਾਉਂਦੇ ਕਿ ਅਸੀਂ ਲੋਕਾਂ ਨੂੰ ਜੀ ਮੋਬਿਲਾਈਜ਼ ਕਿੱਦਾਂ ਕਰੀਏ, ਐਜੀਟੇਸ਼ਨ ਨੂੰ, ਭੀੜ ਕਿੱਦਾਂ ਬਾਹਰ ਆਵੇ, ਲੋਕ ਸਾਡੇ ਨਾਲ ਕਿੱਦਾਂ ਆਉਣ। ਜਿਸ ਵੇਲੇ ਲੋਕ ਸੜਕਾਂ ਤੇ ਆ ਗਏ ਉਸ ਵੇਲੇ ਉਹ ਪੋਲੀਟੀਕਲ ਲੀਡਰਸ਼ਿਪ ਸਾਰੀ ਮਿਸਿੰਗ ਕਿਵੇਂ ਹੋ ਜਾਂਦੀ ਹੈ, ਜਿਸ ਨੇ ਲੈ ਕੇ ਜਾਣਾ ਸੀ ਕਿ ਪੁਲਿਸ ਦੀਆਂ ਰਿਫਾਰਮਸ ਕੀ ਹੋਣ, ਇਹਨਾਂ ਪੁਲਿਸ ਵਾਲਿਆਂ ਦੀ ਟ੍ਰੇਨਿੰਗ
ਮੋਨੀਟਰਿੰਗ ਕੀ ਹੋਵੇ, ਅਕਾਊਂਟੇਬਿਲਿਟੀ ਕਿਵੇਂ ਤੈਅ ਕੀਤੀ ਜਾਵੇ, ਸਿਸਟਮ ਕਿਵੇਂ ਬਣੇ। ਹਿੱਤ ਜੀ ਨਹੀਂ ਨਾ ਭੀੜ ਉਧਰ ਜਾ ਰਹੀ ਹੈ ਨਾ ਨੇਤਾ ਉਧਰ ਜਾ ਰਿਹਾ। ਜਦੋਂ 24 ਘੰਟੇ ਦੋਵੇਂ ਹੱਥੀਂ ਲੋਕਾਂ ਨੂੰ, ਜਨਤਾ ਨੂੰ ਲੁੱਟਣ ਦਾ ਤੁਹਾਡਾ ਪ੍ਰੋਗਰਾਮ ਹੋਵੇ ਤੇ ਬਾਹਰੋਂ ਇਹ ਦਿਖਦਾ ਹੋਵੇ ਕਿ ਅਸੀਂ ਰਾਜ ਨਹੀਂ ਸੇਵਾ ਕਰਨੀ ਹੈ, ਇਸ ਕਿਸਮ ਦਾ ਮੈਂ ਉਹਨਾਂ ਦੀ ਦਿਆਨਤਦਾਰੀ ਦੇ ਉੱਤੇ ਕਿਉਂ ਡਿਪੈਂਡੈਂਟ ਰਹਾਂ। ਇਸ ਕਰਕੇ ਮੇਰਾ ਇਸ ਕਰਕੇ ਕਹਿਣਾ ਕਿ ਜਿਹੜੀ ਤੁਸੀਂ ਗੱਲ ਕਹਿ ਰਹੇ ਆ ਨਾ, ਉਹ ਉਹਨਾਂ ਦੇ ਮਨ 'ਚ ਕਦੀ ਆ ਹੀ ਨਹੀਂ ਸਕਦਾ ਕਿ ਸੁਧਾਰ ਕਰੋ। ਜੇ ਪੁਲਿਸ ਆਪਣਾ ਕੰਮ ਜੋ ਪੁਲਿਸ ਦਾ ਹੈਗਾ ਪ੍ਰੋਫੈਸ਼ਨਲ ਕਰਨ ਲੱਗ ਜਾਣ ਤੇ ਫਿਰ ਇਹਨਾਂ ਦਾ ਕੰਮ ਕਿਵੇਂ ਚੱਲੂਗਾ। ਮੈਨੂੰ ਮੋਟੇ ਤੌਰ ਤੇ ਇਹ ਲੱਗਦਾ ਕਿ ਸਾਰਿਆਂ ਨੇ ਫੈਸਲਾ ਕਰ ਲਿਆ ਕਿ ਆਪੋ ਆਪਣੇ ਜਿਹੜੇ ਆ ਮਤਲਬ ਕਰੀ ਚੱਲੋ, ਔਰ ਜੋ ਜਿਸ ਕੰਮ ਲਈ ਤਨਖਾਹਾਂ ਮਿਲਦੀਆਂ, ਭਾਵੇਂ ਉਹ ਮਿਨਿਸਟਰਾਂ ਨੂੰ ਮਿਲਦੀਆਂ, ਪਬਲਿਕ ਐਕਸਚੇਕਰ ਚੋਂ, ਭਾਵੇਂ ਪੁਲਿਸ ਨੂੰ ਮਿਲਦੀਆਂ, ਭਾਵੇਂ ਬਿਊਰੋਕ੍ਰੇਸੀ ਨੂੰ ਮਿਲਦੀਆਂ, ਉਹ ਕੰਮ। ਮੈਂ ਜਨਰਲਾਈਜੇਸ਼ਨਸ ਤੋਂ ਥੋੜਾ ਜਿਹਾ ਅੱਗੇ ਜਾਣਾ ਚਾਹ ਰਿਹਾ। ਸਰਬਜੀਤ ਧਾਲੀਵਾਲ ਜੀ, ਮੇਰੇ ਕੋਲ ਟ੍ਰਿਬਿਊਨ ਦਾ ਐਡੀਟੋਰੀਅਲ ਪਿਆ 7 ਜੂਨ ਦਾ, ਅੰਗਰੇਜ਼ੀ ਟ੍ਰਿਬਿਊਨ ਦਾ, ਜਿਹਦੇ ਚੋਂ ਡਾਟਾ ਕੋਟ ਕਰ ਰਹੇ ਨੇ। ਓਬਵੀਅਸਲੀ ਇਹ ਜਿਹੜਾ ਡਾਟਾ ਉਹ ਏਸ਼ੀਅਨ ਸੈਂਟਰ ਫॉर ਹਿਊਮਨ ਰਾਈਟਸ ਦਾ ACHR ਦਾ ਡਾਟਾ ਜਿਹੜਾ ਕਹਿ ਰਿਹਾ 1674 ਕਸਟਡੀਅਲ ਡੈਥਸ ਨੇ ਸਾਡੇ ਕੋਲ ਇੱਕ ਸਾਲ ਦੇ ਵਿੱਚ, ਬਲਕਿ ਇਹ ਡਾਟਾ 11 ਮਹੀਨੇ ਦਾ, ਜਿਹਦਾ ਮਤਲਬ ਹੈ 5 ਦੇ ਲਗਭਗ ਡੈਥਸ ਐਵਰੀ ਡੇ। 5 ਬੰਦੇ ਹਰ ਰੋਜ਼ ਜੁਡੀਸ਼ੀਅਲ ਕਸਟਡੀ ਵਿੱਚ ਮਾਰੇ ਜਾ ਰਹੇ ਨੇ। ਅਸੀਂ ਇੱਕ ਜਸਪਾਲ ਲਈ ਅਸੀਂ ਜੇ ਇਹ ਸਟਰਗਲ ਦੇਖੀਏ ਤਾਂ ਇਹ ਸਟਰਗਲ ਉਹ 1674 ਦੀ ਸਟਰਗਲ ਹੋਣੀ ਚਾਹੀਦੀ ਸੀ। ਇਸ ਸਾਲ ਵੀ ਇਹ 1674 ਹੋਣੇ ਨੇ। ਜੇ ਪੁਲਿਸ ਵਾਲੇ ਇੰਨੀ ਹੀ ਦਿਆਨਤਦਾਰੀ ਨਾਲ ਲੋਕਾਂ ਨੂੰ ਮਾਰਦੇ ਰਹੇ ਤੇ ਉਹਦੇ 'ਚ ਹੋਰ ਵਾਧਾ ਨਾ ਕੀਤਾ ਤਾਂ 5 ਬੰਦੇ ਰੋਜ਼ੋਂ ਮਾਰਨਗੇ। ਇਹ ਤਾਂ ਸਾਡੇ ਕੋਲ ਡਾਟਾ ਸਾਹਮਣੇ ਪਿਆ ਔਰ ਕੰਟੀਨਿਊਸਲੀ ਡਾਟਾ ਪ੍ਰੋਗਰੈਸ ਕਰ ਰਿਹਾ। ਉਹ ਲੜਾਈ ਅਸੀਂ ਨਹੀਂ ਦੇਖੀ ਤੇ ਜਸਪਾਲ ਦੀ ਲੜਾਈ ਅਸੀਂ ਦੇਖੀ। ਜਸਪਾਲ ਦੀ ਲੜਾਈ ਪੋਜ਼ਿਟਿਵ ਹੈ। ਇੱਕ ਪੋਜ਼ਿਟਿਵ ਲੋਕਾਂ ਦੀ ਲੜਾਈ ਕਿਵੇਂ ਵਡੇਰੀ ਲੜਾਈ ਨੂੰ ਮਿਸ ਕਰ ਜਾਂਦੀ ਹੈ। ਦੇਖੋ, ਇਹ ਦੋ ਹੀ ਐਸਪੈਕਟ ਤੁਸੀਂ ਜਿਹੜੇ ਕਹਿ ਰਹੇ ਹੋ, ਮੈਂ ਕਹਿ ਰਿਹਾ ਹਾਂ, ਇਹ ਨੇ। ਇੱਕ ਪੋਜ਼ਿਟਿਵ ਐਸਪੈਕਟ ਇਹ ਹੈਗਾ ਕਿ ਲੋਕਾਂ ਵਿੱਚ ਹਲੇ ਗੁੱਸਾ ਮਰਿਆ। ਬਿਲਕੁਲ ਬਿਲਕੁਲ, ਉਹ ਸਲਾਮ ਹੈ ਫਰੀਦਕੋਟ ਵਾਲਿਆਂ ਨੂੰ, ਜਿਹੜੇ ਸ਼ਰੂਤੀ ਲਈ ਖੜੇ ਹੋਏ, ਜਸਪਾਲ ਲਈ ਖੜੇ ਹੋਏ। ਕਿਤੇ ਹਲੇ ਵੀ ਚਿੰਗ ਹੈਗੀ ਜਿਹੜੀ ਉਹ ਜਲ ਰਹੀ ਹੈ, ਮਤਲਬ ਉਹ ਭਖ ਰਹੀ ਹੈ। ਇਹ ਇਹਦਾ ਪੋਜ਼ਿਟਿਵ ਐਸਪੈਕਟ ਹੈ। ਨੈਗੇਟਿਵ ਐਸਪੈਕਟ ਇਹ ਹੈ ਕਿ ਲੋਕਾਂ ਦਾ ਜਿਹੜਾ ਗੁੱਸਾ ਉਹ ਮਿਸ ਡਾਇਰੈਕਟਡ ਹੈ, ਜਿਹਨੂੰ ਕਹਿੰਦਾ ਵੀ ਜੇ ਇੱਕ ਪਰਿਵਾਰ ਸਮਝੌਤਾ ਕਰ ਜੇ ਤਾਂ ਫਿਰ ਉਹ ਲੜਾਈ ਉੱਥੇ ਖਤਮ ਹੋ ਜਾਏਗੀ। ਨਹੀਂ, ਲੜਾਈ ਸਿਸਟਮ ਦੇ ਖਿਲਾਫ ਲੜਨੀ ਚਾਹੀਦੀ ਹੈ। ਉਹ ਥੋੜੀ ਜਿਹੀ ਇੰਡੀਵਿਜੂਅਲ ਲੜਾਈ ਉੱਥੇ ਪਾਕਟ ਬਣਾ ਕੇ ਉੱਥੇ ਲੜਦੇ ਨੇ, ਜਿਹੜੀ ਕਿ ਗਲਤ ਹੈ। ਫਾਜ਼ਿਲਕੋਟ ਜਸਪਾਲ ਵਾਲੀ ਲੜਾਈ ਸੀਗੀ, ਉਹ ਲੜਾਈ ਸਟੇਟ ਪੱਧਰ ਤੇ ਲੜੀ ਜਾਣੀ ਚਾਹੀਦੀ ਸੀ। ਉਹਦੇ ਚ ਫਰੀਦਕੋਟ ਵਾਲਿਆਂ ਦਾ ਕਸੂਰ ਨਹੀਂ ਹੈ ਨਾ। ਬਾਕੀ ਲੋਕ, ਬਾਕੀ ਜਥੇਬੰਦੀਆਂ, ਪੋਲੀਟੀਕਲ ਪਾਰਟੀਆਂ ਦੇ ਵਿੱਚੋਂ ਕਿਉਂ ਮਿਸਿੰਗ ਨੇ? ਪੋਲੀਟੀਕਲ ਪਾਰਟੀਆਂ ਦਾ ਆਪਣੀ ਹਾਜ਼ਰੀ ਲਵਾ ਕੇ ਉੱਥੇ ਆ ਗਈਆਂ। ਉਹਨਾਂ ਨੇ ਮਾੜਾ 5 ਮਿੰਟ ਲੈਕਚਰ ਦਿੱਤਾ, ਧਰਨੇ ਤੇ ਬੈਠੇ ਆਏ। ਪੋਲੀਟੀਕਲ ਪਾਰਟੀਆਂ ਪਖੰਡ ਕਰ ਰਹੀਆਂ ਸੀ, ਉਹਨਾਂ ਦਾ ਬਿਲਕੁਲ ਪਖੰਡ ਸੀਗਾ। ਉਹਨਾਂ ਨੂੰ ਕੋਈ ਜਸਪਾਲ ਨਾਲ ਹਮਦਰਦੀ ਨਹੀਂ ਸੀ ਜਾਂ ਉਹਨਾਂ ਦੇ ਪਰਿਵਾਰ ਨਾਲ ਕੋਈ ਹਮਦਰਦੀ ਸੀ। ਉਹਨਾਂ ਦੀ ਵੋਟਾਂ ਨਾਲ ਹਮਦਰਦੀ ਸੀ। ਉਹ ਆਪਣੀ ਵੋਟਾਂ ਪ੍ਰਤੀ ਹਮਦਰਦੀ ਪ੍ਰਗਟ ਕਰਕੇ ਉੱਥੇ ਆ ਗਏ। ਪਰ ਉਹਨਾਂ ਲੋਕਾਂ ਨੂੰ ਹਾਲੇ ਉਹਨਾਂ ਨੂੰ ਇਹ ਨਹੀਂ ਸਮਝ ਆ ਗਈ, ਜਿਹੜੇ ਲੋਕ ਧਰਨਾ ਲਾ ਰਹੇ ਨੇ ਉਹ ਤੁਹਾਡਾ ਪਖੰਡ ਵੀ ਸਮਝ ਰਹੇ ਨੇ ਕਿ ਤੁਸੀਂ ਇੱਥੇ ਪਖੰਡ ਕਰਨ ਆਏ ਹੋ, ਪਖੰਡ ਕਰਕੇ ਮੁੜ ਜਾਓਗੇ। ਸੋ ਮੈਂ ਕਹਿਣਾ ਇਹ ਚਾਹੁੰਦਾ ਕਿ ਸਾਡੇ ਲੋਕ ਹਲੇ ਜਿਹੜੇ ਹੁਣ ਮਤਲਬ ਹੋ ਰਿਹਾ ਜਿਹੜਾ ਸਾਡਾ, ਭਾਵੇਂ ਉਹ ਦਿੱਲੀ ਵਾਲਾ ਵਰਤਾਰਾ ਹੈਗਾ, ਭਾਵੇਂ ਉਹ ਕਿਨੇ ਜਸਪਾਲ ਵਾਲਾ ਵਰਤਾਰਾ ਹੈਗਾ, ਭਾਵੇਂ ਉਹ ਫਤਿਹਦੀਪ ਵਾਲਾ ਵਰਤਾਰਾ ਹੈਗਾ, ਉਹ ਸਿਸਟਮ ਦੇ ਖਿਲਾਫ, ਸਿਸਟਮ ਨੂੰ ਚੁਣੌਤੀ ਨਹੀਂ ਦੇ ਰਹੇ ਲੋਕ। ਉਹ ਇੱਕ ਉੱਥੇ ਛੋਟੀ ਜਿਹੀ ਲੜਾਈ ਲੜ ਰਹੇ ਨੇ। ਕੁਲਦੀਪ ਜੀ, ਕਿੱਥੇ ਹਿੱਚ ਹੈ ਕਿ ਉਹ ਲੜਾਈ ਵਡੇਰੀ ਨਹੀਂ ਬਣਦੀ? ਤੇ ਇਹਦੇ ਕਾਰਨ ਇਹ ਆ, ਦੇਖੋ ਲੜਾਈ ਜਿਵੇਂ ਕਿਰਨਜੀਤ ਕੌਰ ਕਾਂਡ ਹੋਇਆ ਸੀ ਮਹਿਲ ਕਲਾਂ ਵਾਲਾ, ਉਸ ਕਾਂਡ ਦੇ ਵਿੱਚ ਲੋਕਾਂ ਨੇ ਰਜਿਸਟ ਕੀਤਾ। ਜਿਹੜੇ ਲਗਾਤਾਰ ਇੰਸਟੀਟਿਊਸ਼ਨ ਆ ਸਟੇਟ ਦੇ, ਚਾਹੇ ਉਹ ਜਸਪਾਲ ਵਾਲੀ ਘਟਨਾ, ਚਾਹੇ ਫਤਿਹਵੀਰ ਵਾਲੀ ਘਟਨਾਵਾਂ, ਇਹ ਸਾਰੀਆਂ ਘਟਨਾਵਾਂ 'ਚ ਜਦੋਂ ਵਾਪਰਦੀਆਂ ਉੱਥੇ ਸਟੇਟ ਦੇ ਜਿਹੜੀ ਫੰਕਸ਼ਨਰੀ ਆ, ਚਾਹੇ ਪੁਲਿਸ ਆ ਚਾਹੇ ਐਡਮਿਨਿਸਟ੍ਰੇਸ਼ਨ ਆ, ਉਹਦਾ ਇਸ ਕਿਸਮ ਦਾ ਘਟਨਾਵਾਂ ਤੋਂ ਬਾਅਦ ਹੀ ਰਿਐਕਟ ਕਰਦੇ ਆ, ਜਾਂ ਉਹ ਰਿਐਕਸ਼ਨ ਵੀ ਇਸ ਕਿਸਮ ਬਾਅਦ ਲੋਕ ਰਿਐਕਟ ਕਰ ਰਹੇ ਨੇ, ਘਟਨਾ ਤੋਂ ਬਾਅਦ ਸਰਕਾਰ ਰਿਐਕਟ ਕਰਦੀ ਆ। ਜਿਹੜਾ ਸਿਸਟਮ ਆਲਰੇਡੀ ਬਣਿਆ, ਮੰਨ ਲਓ ਕੋਈ ਕਿਸੇ ਤੇ ਕੋਈ ਪ੍ਰੋਬਲਮ ਹੈਗੀ ਆ, ਲੋਕਾਂ ਦਾ ਵਿਸ਼ਵਾਸ ਉੱਡਦਾ ਜਾ ਰਿਹਾ ਐਡਮਿਨਿਸਟ੍ਰੇਸ਼ਨ ਤੋਂ, ਪੁਲਿਸ ਤੋਂ। ਉਹਨਾਂ ਲੱਗਦਾ ਜਦੋਂ ਘਟਨਾ ਵਾਪਰਨੀ ਆ, ਲੋਕ ਉਸ ਵੇਲੇ ਰਿਐਕਟ ਕਰਦੇ ਨੇ ਤੇ ਉਹ ਪ੍ਰੈਸ਼ਰ ਦੇ ਅੰਦਰ ਹੀ ਕੋਈ ਕਰਦੇ। ਜਿਵੇਂ ਘਟਨਾ ਤੱਕ ਲਿਮਿਟਡ ਕਿਉਂ ਹੈ? ਪੁਲਿਸ ਹਰ ਜਗ੍ਹਾ ਤੇ ਉਦਾਂ ਹੀ ਬਰੂਟਲ ਹੈ। ਜੇ ਕੱਲ ਮੇਰਾ ਤੁਹਾਡਾ ਸੜਕ ਤੇ ਝਗੜਾ ਹੋ ਜਾਵੇ ਤੇ ਆਪਾਂ ਦੋਨੋਂ ਪੁਲਿਸ ਕੋਲ ਜਾਈਏ ਤਾਂ ਨਾ ਤੁਸੀਂ ਤੇ ਨਾ ਮੈਂ ਇਨਸਾਫ ਦੀ ਉਮੀਦ ਲੈ ਕੇ ਥਾਣੇ ਵਿੱਚ ਵੜ ਰਹੇ ਹੋਵਾਂਗੇ। ਨਹੀਂ, ਇਸੇ ਤਰ੍ਹਾਂ ਜਿਵੇਂ ਹੁਣ ਜ਼ਮੀਨ ਪ੍ਰਾਪਤੀ ਇੱਕ ਸੰਘਰਸ਼ ਚੱਲ ਰਿਹਾ ਜੀ, ਇਹ ਸਰਕਾਰ ਦੇ ਕਾਨੂੰਨ ਬਣਿਆ ਵੀ ਇੰਨਾ ਹਿੱਸਾ ਦਲਿਤਾਂ ਨੂੰ ਜ਼ਮੀਨ ਦੇਣੀ ਹੈ। ਬਿਲਕੁਲ। ਉਹ ਕੀ ਜਦੋਂ ਹੀ ਚੱਲਦਾ, ਜਦੋਂ ਜਿਹਦੇ ਪੱਖ 'ਚ ਨਹੀਂ ਉੱਪਰ ਵਾਲੀ ਧਿਰ ਦੇ ਜਾਂਦਾ ਤਾਂ ਉਹਨਾਂ ਤੇ ਲਾਠੀ ਚਾਰਜ ਕੀਤਾ ਜਾਂਦਾ, ਜੋ ਅਲੱਗ-ਅਲੱਗ ਕਿਸਮ ਦੀਆਂ ਘਟਨਾਵਾਂ ਵਾਪਰਦੀਆਂ ਨੇ। ਹੁਣ ਜਿਹੜੀਆਂ ਉਹਨਾਂ ਤੋਂ ਮੈਨੂੰ ਅਜੇ ਵੀ ਜ਼ਿਆਦਾ ਉਮੀਦ ਹੈ, ਕਿਉਂਕਿ ਸਾਰੇ, ਚਾਹੇ ਉਹ ਪਿੰਡੂ ਕਿਸਾਨ ਯੂਨੀਅਨ ਵਾਲੇ ਹੋਣ, ਚਾਹੇ ਜ਼ਮੀਨ ਸੰਘਰਸ਼ ਪ੍ਰਾਪਤੀ ਕਮੇਟੀ ਵਾਲੇ ਹੋਣ, ਚਾਹੇ ਸੇਵਾ ਵਾਲਾ ਗਰੁੱਪ ਦੇ ਹੋਣ, ਇਹ ਲਗਾਤਾਰ ਮਜ਼ਦੂਰ ਜਥੇਬੰਦੀਆਂ ਦਾ ਸੰਘਰਸ਼ ਅਜੇ ਵੀ ਲਾਰਜਰ ਪਲੇਟਫਾਰਮਸ ਦੇ ਉੱਤੇ ਚੱਲ ਰਿਹਾ। ਇਹ ਵੱਖਰੀ ਗੱਲ ਹੈ ਵੀ ਪੋਲੀਟੀਕਲ ਪਾਰਟੀਆਂ ਉਹਦੇ 'ਚੋਂ ਵੀ ਭਗੌੜੀਆਂ ਦਿਖਾਈ ਦੇ ਰਹੀਆਂ।
ਉਹਦਾ ਵੀ ਹਿੱਸਾ ਨਹੀਂ ਬਣ ਰਹੀਆਂ। ਨਹੀਂ, ਪੋਲੀਟੀਕਲ ਪਾਰਟੀਆਂ ਆਉਂਦੀਆਂ ਜਿਹੜੀਆਂ ਪਾਵਰ ਤੋਂ ਬਾਹਰ ਆ, ਉਹ ਰਿਸਪੌਂਡ ਕਰਦੀਆਂ ਫਿਰ ਤਾਂ ਤੁਸੀਂ ਕਿਉਂਕਿ ਜੇ ਕੋਈ ਹਾਰਿਆ ਹੋਇਆ ਸਰਪੰਚ ਆ, ਹਾਰਿਆ ਹੋਇਆ ਵਿਅਕਤੀ ਆ, ਹਾਰਿਆ ਹੋਇਆ ਕੋਈ ਪੋਲੀਟੀਕਲ ਪਾਰਟੀ ਦਾ ਲੀਡਰ ਆ, ਕਿਉਂਕਿ ਉਹਦਾ ਆਪਣਾ ਇੰਟਰਸਟ ਆ, ਆਪਣੇ ਹਿੱਤ ਦੇ ਤੌਰ ਤੇ ਆ ਜਾਂਦੇ। ਇੱਕ ਜਿਹੜਾ ਤੁਸੀਂ ਗੱਲ ਕਹਿ ਰਹੇ ਆ ਵੀ ਬ੍ਰੌਡਰਲੀ ਜਿਹੜੀਆਂ ਆਰਗੇਨਾਈਜੇਸ਼ਨਾਂ ਚੱਲਦੀਆਂ ਨੇ, ਉਹਨਾਂ ਨੇ ਇੱਕ ਉਸ ਦੇ ਲੈਵਲ ਤੇ ਕਲੈਕਟਿਵਲੀ what I'm saying is ਕਿ ਬ੍ਰੌਡਰਲੀ ਜਿਨ੍ਹਾਂ ਲੋਕਾਂ ਨੇ ਇਸ ਨੂੰ ਅੱਗੇ ਲੈ ਕੇ ਜਾਣਾ ਸੀ, ਲੋਕ ਸੰਘਰਸ਼ ਵਿੱਚ ਆ ਗਏ। ਉਸ ਤੋਂ ਬਾਅਦ ਪ੍ਰੋਫੈਸਰ ਮਨਜੀਤ ਸਿੰਘ ਜੀ ਵਰਗੇ ਅਕੈਡਮੀਸ਼ੀਅਨ ਸੀਗੇ, ਸਿਵਲ ਸੁਸਾਇਟੀ ਦੇ ਲੋਕ ਸੀਗੇ, ਇਹ ਨਿਕਲ ਕੇ ਬਾਹਰ ਨਹੀਂ ਆਏ ਕਿ ਭਾਈ ਫੋਰਸ ਨੂੰ ਬਰੂਟਲ ਕਿੱਦਾਂ ਕੀਤਾ ਜਾਂਦਾ। ਤੁਸੀਂ ਕਿਸੇ ਗਰੀਬ ਆਦਮੀ ਨੂੰ ਜਿਹੜਾ ਪੈਸੇ ਦਾ ਮੁਤਾਜ ਹੋਵੇ, ਉਹਨੂੰ ਕਹੋ ਕਿ ਭਾਈ 20,000 ਰੁਪਏ ਲੈ ਲੈ, ਇਹ ਬਜ਼ੁਰਗ ਬੰਦੇ ਨੂੰ ਨਾ ਕਮਰੇ 'ਚ ਜਾ ਕੇ ਬੈਲਟ ਨਾਲ ਤੇ ਕੁੱਟਣਾ ਹੈ ਅੱਧਾ ਘੰਟਾ ਚੰਗੀ ਤਰ੍ਹਾਂ, ਇਹਦੀ ਚਮੜੀ ਛੇਲ ਦੇਣੀ ਹੈ, ਤੇ ਉਹ ਮਨਾ ਕਰ ਦੇਗਾ ਤੁਹਾਨੂੰ, ਕਹਿੰਦਾ ਵੀ ਇਹ ਕੰਮ ਨਹੀਂ ਹੋਣਾ ਮੇਰੇ ਤੋਂ। ਅਸੀਂ ਇਹੋ ਜੀ ਪੁਲਿਸ ਫੋਰਸ ਕਿੱਦਾਂ ਤਿਆਰ ਕਰਦੇ ਆ ਜਿਹੜੀ ਬਿਨਾਂ ਕਿਸੇ ਆਰਥਿਕ ਫਾਇਦੇ ਤੋਂ ਵੀ ਇੰਨੀ ਬਰੂਟਲਾਈਜ਼ ਹੋ ਚੁੱਕੀ। ਆਫਟਰ ਆਲ ਕੋਈ ਤੇ ਤਰੀਕਾ ਹੈ ਨਾ ਵੀ ਬੰਦੇ ਨੂੰ ਤੁਸੀਂ ਭਰਤੀ ਕਰਦੇ ਹੋ, ਫਿਰ ਉਹਨੂੰ ਅੰਦਰ ਤੱਕ ਇੰਨਾ ਬਰੂਟਲਾਈਜ਼ ਕਰ ਦਿੰਦੇ ਹੋ ਕਿ ਉਹ ਆਮ ਲੋਕਾਂ ਦੇ ਨਾਲ, ਸ਼ਹਿਰੀਆਂ ਨਾਲ, ਨਾਗਰਿਕਾਂ ਨਾਲ, ਜਿਨ੍ਹਾਂ ਦੇ ਫੰਡਾਮੈਂਟਲ ਰਾਈਟ ਨੇ, ਹਰ ਰੋਜ਼ ਸਵੇਰੇ ਸ਼ਾਮ ਇਸ ਤਰੀਕੇ ਨਾਲ ਡੀਲ ਕਰਦੀ ਹੈ। ਤੇ ਸਿਵਲ ਸੁਸਾਇਟੀ ਇਹ ਨਹੀਂ ਕਰ ਪਾ ਰਹੀ। ਤੁਸੀਂ ਇਹ ਸਾਰੀ ਸਿਵਲ ਸੁਸਾਇਟੀ ਦਾ ਫੇਲਿਅਰ ਮੰਨਦੇ ਹੋ ਕਿ ਨਹੀਂ? ਮੈਨੂੰ ਲੱਗਦਾ ਲੋਕ ਸੜਕਾਂ ਤੇ ਨੇ, ਉਹ ਲੜ ਰਹੇ ਨੇ। ਜਿਹੜਾ ਸਿਵਲ ਸੁਸਾਇਟੀ ਪੜ੍ਹਿਆ ਲਿਖਿਆ ਮਿਡਲ ਕਲਾਸ, ਅਪਰ ਮਿਡਲ ਕਲਾਸ ਵਰਗ ਹੈ, ਉਹ ਭਗੌੜਿਆਂ ਦੇ ਵਿੱਚ ਸਭ ਤੋਂ ਅੱਗੇ ਹੈ। ਐਸਪੀ ਸਿੰਘ, ਇਹ ਨਾ ਇੱਕ ਸਿਸਟਮ ਚੱਲਿਆ ਹੁੰਦਾ, ਜਿਵੇਂ ਪਰਿਵਾਰ ਦਾ ਇੱਕ ਸੱਭਿਆਚਾਰ ਹੁੰਦਾ, ਕਿਸੇ ਧਰਮ ਦਾ ਇੱਕ ਸੱਭਿਆਚਾਰ ਹੁੰਦਾ, ਪੁਲਿਸ ਦਾ ਇੱਕ ਸੱਭਿਆਚਾਰ ਬਣਿਆ, ਇੱਕ ਸਿਸਟਮ ਬਣਿਆ। ਨਹੀਂ, ਤੁਰੋਂ ਤਾਂ ਨਹੀਂ ਆਇਆ ਨਾ ਸੱਭਿਆਚਾਰ, ਤੁਰੋਂ ਤਾਂ ਨਹੀਂ ਆਇਆ ਸੱਭਿਆਚਾਰ। ਇਹ ਅੱਜ ਦੀ ਪ੍ਰਕਿਰਿਆ ਨਹੀਂ ਹੈ, ਕਾਨੂੰਨ ਨਾਲ ਬਦਲ ਦਿਆਂਗੇ ਜਾਂ ਲੋਕ ਘੋਲਾਂ ਨਾਲ ਬਦਲ ਦਿਆਂਗੇ। ਪ੍ਰਕਿਰਿਆ ਨਹੀਂ ਹੈ। 1861 ਦਾ ਜਿਹੜਾ ਪੁਲਿਸ ਦਾ ਐਕਟ ਹੈ ਉਹ ਅਜੇ ਤੱਕ ਚੱਲੀ ਜਾਂਦਾ। ਉਹਦੇ ਵਿੱਚ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਇੱਕ ਬੜੀ ਚੰਗੀ ਟ੍ਰੇਨਿੰਗ ਕਿ ਕਿਵੇਂ ਲੋਕਾਂ ਨਾਲ ਰੱਖਣਾ, ਕਿਵੇਂ ਲੋਕਾਂ ਨੂੰ ਹੈਂਡਲ ਕਰਨਾ, ਕਿਵੇਂ ਲੋਕਾਂ ਨਾਲ ਸਹਾਨੁਭੂਤੀ, ਇਹ ਸਾਰੀ ਟ੍ਰੇਨਿੰਗ ਫਲੋਰ ਦੇ ਕਿਲੇ ਤੋਂ ਲੈ ਕੇ ਕੋਈ ਪੁਲਿਸ ਦਾ ਅਫਸਰ ਗਿਆ। ਜਿਉਂ ਹੀ ਉਹਨੇ ਡਿਊਟੀ ਜੁਆਇਨ ਕੀਤੀ, ਕਹਿੰਦਾ ਆ ਗਿਆ, ਕਹਿੰਦਾ ਹਾਂਜੀ, ਕਹਿੰਦਾ ਜੋ ਉੱਥੇ ਸਿੱਖ ਕੇ ਆਇਆ ਸਾਰਾ ਭੁੱਲ ਜਾ, ਕਹਿੰਦਾ ਇੱਥੇ ਹੋਰ ਕੁਝ ਕਰਨਾ, ਚੰਗਾ ਕੰਮ ਕਰਦਾ ਤੁਸੀਂ ਸਿਖਾਉਂਦੇ। ਇਸ ਕਰਕੇ ਉਹਨਾਂ ਦਾ ਮਤਲਬ ਹੀ ਇਹ ਹੈ ਕਿ ਕੁਝ ਤੇ ਉਹਨਾਂ ਦਾ ਜਿਹੜਾ ਦੇਖੋ ਕੰਮ ਵੀ ਤਰੀਕੇ ਇਹੋ ਜਿਹੇ ਜਿਹੜਾ ਕ੍ਰਿਮੀਨਲਸ ਨਾਲ ਹੋਰ ਨਾ ਵਾਹ ਪੈਣਾ, ਪਰ ਉਹਨਾਂ ਨੇ ਆਪਣੇ ਆਪ ਨੂੰ ਇਸ ਢੰਗ ਤਰੀਕੇ ਨਾਲ, ਸਾਡੀ ਸਰਕਾਰ ਉਹਨਾਂ ਨੂੰ ਬਦਲਣਾ ਹੀ ਨਹੀਂ ਚਾਹੁੰਦੀ, ਕਿਉਂਕਿ ਦੇਖੋ ਜਦ ਤੱਕ ਤੁਸੀਂ ਕਾਨੂੰਨ ਨਹੀਂ ਬਦਲੋਗੇ, ਉਹਨਾਂ ਦੀ ਇੱਕ ਨਵੀਂ ਕਿਸਮ ਦੇ ਫਰੇਮ 'ਚ ਨਹੀਂ ਉਹਨਾਂ ਨੂੰ ਬਦਲਣਾ ਚਾਹੁੰਦੇ। ਉਹ ਇਸ ਕਰਕੇ ਉਹਨਾਂ ਦੇ ਹਿੱਤ ਨੇ, ਕਿਉਂਕਿ ਜੇ ਪੁਲਿਸ ਮਾੜੀ ਹੈ ਤਾਂ ਵਰਤਲੀ ਤਾਂ ਮੈਂ ਹੀ ਆ ਨਾ। ਜੇ ਮੈਂ ਪੋਲੀਟੀਸ਼ੀਅਨ ਹਾਂ, ਮੈਂ ਪੁਲਿਸ ਭੇਜਾਂਗਾ ਵੀ ਜਾਓ ਪ੍ਰੋਫੈਸਰ ਮਨਜੀਤ ਸਿੰਘ ਨੂੰ ਚੱਕ ਲਿਆਓ, ਪਤਾ ਨਾ ਲੱਗੇ 2 ਦਿਨ। ਉਹਨੇ ਇਹ ਤੇ ਉਹਨਾਂ ਦੇ ਮਸਲਮੈਨ ਨਹੀਂ ਹੈ, ਆਰਗੇਨਾਈਜ਼ਡ ਮਸਲਮੈਨ ਨਹੀਂ ਹੈ ਪੁਲਿਸ, ਰਾਜਨੀਤਿਕ ਲੋਕਾਂ ਦੇ। ਜਿਸ ਤਰ੍ਹਾਂ ਬ੍ਰਿਟਿਸ਼ ਸਰਕਾਰ ਲੋਕਾਂ ਪੁਲਿਸ ਨੂੰ ਆਪਣਾ ਸਾਡੇ ਖਿਲਾਫ ਵਰਦੀ ਸੀ, ਉਸੇ ਤਰ੍ਹਾਂ ਜਿਹੜੀ ਮੌਜੂਦਾ ਰੂਲਿੰਗ ਕਲਾਸ ਹੈ ਉਹਦੇ ਚ ਉਪਾਂ ਦੇ ਕੋਈ ਆਰਗਨ, ਭਾਵੇਂ ਆਪੋਜੀਸ਼ਨ ਵਾਲੇ ਹੋਣ, ਭਾਵੇਂ ਦੀ ਹੋ ਸਰਕਾਰ ਵਾਲੇ ਹੋਣ, ਉਹ ਉਸ ਤਰ੍ਹਾਂ ਹੀ ਹੁਣ ਪੁਲਿਸ ਨੂੰ ਸਾਡੇ ਲੋਕਾਂ ਦੇ ਖਿਲਾਫ ਵਰਦੇ ਨੇ, ਉਸ ਤਰ੍ਹਾਂ ਹੀ ਸਪਰੈਸ ਕਰਦੇ ਆ ਲੋਕਾਂ ਨੂੰ, ਉਸ ਤਰ੍ਹਾਂ ਹੀ ਕੁੱਟਿਆ ਜਾਂਦਾ ਹੈ, ਉਸ ਤਰ੍ਹਾਂ ਹੀ ਜਿਹੜੀਆਂ ਜੁਡੀਸ਼ੀਅਲ ਕਿਲਿੰਗਸ ਹੁੰਦੀਆਂ ਨੇ, ਪੋਲੀਟੀਕਲ ਸਟੱਡੀ ਚ ਹੁੰਦੀਆਂ ਨੇ। ਸੋ ਮਤਲਬ ਲੋਕਾਂ ਦੀ ਗਲਤੀ ਇਹ ਹੈ ਕਿ ਲੋਕ ਸਿਸਟਮ ਦੇ ਖਿਲਾਫ ਲੜਨ ਦਾ ਜ਼ਰੂਰਤ ਨਹੀਂ ਕਰ ਰਹੇ। ਇਹਦੇ ਤੇ ਹੀ ਗੱਲ ਕਰਨੀ ਹੈ ਕਿ ਇਹ ਜਿਹੜਾ ਸੰਘਰਸ਼ ਸੀਗਾ ਇਸਨੇ ਵੱਡਾ ਕਿਵੇਂ ਹੋਣਾ ਸੀਗਾ। ਜਿਸ ਵੇਲੇ ਇਹ ਘਟਨਾ ਹੋ ਗਈ ਸੀ, ਜਸਪਾਲ ਵਾਲੀ ਘਟਨਾ ਹੋ ਗਈ, ਸ਼ਰੂਤੀ ਵਾਲੀ ਘਟਨਾ ਹੋਈ, ਉਸ ਤੋਂ ਪਹਿਲਾਂ ਲਗਾਤਾਰ ਇਹ ਘਟਨਾਵਾਂ ਦਾ ਕਸਟਡੀਅਲ ਕਿਲਿੰਗਸ ਦਾ ਸਿਲਸਿਲਾ ਲਗਾਤਾਰ ਜਾਰੀ ਆ, ਪੁਲਿਸ ਦੇ ਜ਼ੁਲਮਾਂ ਦਾ ਰੋਜ਼ ਕਿਧਰੇ ਖਬਰ ਛਪਦੀ ਰਹਿੰਦੀ, ਔਰ ਖਾਸ ਕਿਸਮ ਦੀ ਇੱਕ ਫੋਟੋਗ੍ਰਾਫ ਬਣ ਗਈ ਹੈ ਮੀਡੀਆ ਦੇ ਵਿੱਚ ਕਿ ਕੋਈ ਔਰਤ ਇਸ ਤਰੀਕੇ ਨਾਲ ਦਿਖਾ ਰਹੀ ਹੈ, ਇਹ ਦੇਖੋ ਜੀ ਮੈਨੂੰ ਇੱਥੋਂ ਕੁੱਟਿਆ, ਕੋਈ ਨੌਜਵਾਨ ਪਿੱਠ ਤੇ ਦਿਖਾ ਰਿਹਾ, ਇਹ ਦੇਖੋ ਜੀ ਇੱਥੋਂ ਕੁੱਟਿਆ। ਇਹ ਪੁਲਿਸ ਦੀ ਦਿਆਨਤਦਾਰੀ ਦੀਆਂ ਜਿਹੜੀਆਂ ਮੋਹਰਾਂ ਰੋਜ਼ ਛਪ ਰਹੀਆਂ ਅਖਬਾਰਾਂ ਦੇ ਵਿੱਚ, ਇਹ ਕਿਵੇਂ ਬਦਲਣਗੀਆਂ ਤੇ ਅਸੀਂ ਡਿਬੇਟ ਨੂੰ ਕਿਵੇਂ ਅੱਗੇ ਲੈ ਕੇ ਜਾਈਏ ਇਸ ਸੰਘਰਸ਼ ਨੂੰ ਕਿ ਇਹ ਲਾਰਜਰ ਸਮਾਜ ਦੇ ਵਿੱਚ ਇਸ ਕੁਰੀਤੀ ਨੂੰ ਦੂਰ ਕਰਨ ਵਾਲੇ ਪਾਸੇ ਨੂੰ ਵਧੇ, ਕੇਵਲ ਜਸਪਾਲ ਲਈ ਇਨਸਾਫ ਤੱਕ ਨਹੀਂ। ਆਫਟਰ ਦਿਸ ਬ੍ਰੇਕ। ब्रेक तो बाद फिर स्वागत है जी। चर्चा कर रहे हैं कि किस किस्म ਦੇ ਨਾਲ ਕਿਸੇ ਛੋਟੇ ਮਸਲੇ ਤੋਂ, ਕਿਸੇ ਇੱਕ ਮੌਤ ਤੋਂ, ਕਿਸੇ ਇੱਕ ਛੋਟੇ ਬੱਚੇ ਦੇ ਬੋਰਵੈਲ ਵਿੱਚ ਡਿੱਗ ਜਾਣ ਤੋਂ ਜਿਹੜਾ ਵੱਡਾ ਸੰਘਰਸ਼ ਉਪਜਦਾ ਹੈ, ਉਹ ਫਿਰ ਲੋਕ ਸਰੋਕਾਰਾਂ ਦੇ ਨਾਲ ਵਡੇਰੇ ਰੂਪ ਵਿੱਚ ਕਿਉਂ ਨਹੀਂ ਜੁੜ ਪਾਉਂਦਾ ਤੇ ਉਸ ਘਟਨਾ ਤੱਕ ਸੀਮਤ ਕਿਉਂ ਰਹਿ ਜਾਂਦਾ। ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਜੀ, ਅਕੈਡਮੀਸ਼ੀਅਨ ਤੇ ਐਕਟਿਵਿਸਟ ਪ੍ਰੋਫੈਸਰ ਮਨਜੀਤ ਸਿੰਘ ਜੀ, ਦਵਿੰਦਰ ਕੌਰ ਜੀ ਸੀਨੀਅਰ ਪੱਤਰਕਾਰ ਨੇ ਅਤੇ ਡਾਕਟਰ ਕੁਲਦੀਪ ਸਿੰਘ ਜੀ ਅਕੈਡਮੀਸ਼ੀਅਨ ਨੇ। ਸਰਬਜੀਤ ਧਾਲੀਵਾਲ ਜੀ, ਗੱਲ ਇਹ ਸੀ ਵੀ ਜਿਸ ਵੇਲੇ ਜਸਪਾਲ ਵਾਲਾ ਸੰਘਰਸ਼ ਆਇਆ ਸੀ, ਇਹ ਸੀਗਾ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਸਿਵਲ ਸੁਸਾਇਟੀ, ਜਦੋਂ ਤੋਂ ਮੈਂ ਇਹ ਨਹੀਂ ਉਮੀਦ ਕਰਦਾ ਅਜੇ ਕਿ ਇੱਛਾ ਤੇ ਹੈ ਕਿ ਉਹ ਵੀ ਸੜਕਾਂ ਤੇ ਬੈਠਣ, ਉਹ ਵੀ ਪੁਲਿਸ ਦੀ ਲਾਠੀ ਅੱਗੇ ਖੜ ਜਾਣ,
ਉਹ ਸੰਘਰਸ਼ ਨੂੰ ਜਗ੍ਹਾ ਜਗ੍ਹਾ ਤੋਂ ਲੀਡ ਕਰਨ। ਜੇ ਜਸਪਾਲ ਲਈ ਲੋਕ ਕੱਲੇ ਫਰੀਦਕੋਟ ਚ ਆ ਰਹੇ ਨੇ ਤਾਂ ਬਾਕੀ ਦੇ ਜ਼ਿਲ੍ਹਿਆਂ ਵਿੱਚ ਜ਼ਿੰਮੇਵਾਰੀ ਉਹਨਾਂ ਦੀ ਸੀ ਜਿਹੜੇ ਆਪਣੇ ਆਪ ਨੂੰ ਜਾਗਰੂਕ ਕਹਿੰਦੇ ਨੇ ਜਾਂ ਟੀਵੀ ਸਟੂਡੀਓਜ਼ ਦੇ ਵਿੱਚ ਆਉਂਦੇ ਨੇ ਜਾਂ ਅਖਬਾਰਾਂ ਵਿੱਚ ਬਿਆਨ ਦਿੰਦੇ ਨੇ, ਲਿਖਦੇ ਨੇ, ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਬੁੱਧੀਜੀਵੀ ਨੇ, ਇਹਨਾਂ ਸਭ ਦਾ ਕੰਮ ਸੀ। ਜੇ ਉਹ ਨਹੀਂ ਆਉਂਦੇ ਤਾਂ ਘੱਟੋ ਘੱਟ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਉਹ ਇਸ ਨੂੰ ਜੋੜਨ ਕਿ ਭਾਈ ਕਦੋਂ ਤੋਂ ਲੈ ਕੇ ਪੁਲਿਸ ਰਿਫਾਰਮਸ ਸਾਡੀਆਂ ਪੈਂਡਿੰਗ ਨੇ, ਕਦੋਂ ਤੋਂ ਲੈ ਕੇ ਕੋਰਟਸ ਕੀ ਕਹਿ ਰਹੀਆਂ ਨੇ, ਕਿਵੇਂ 2006 ਤੋਂ ਲੈ ਕੇ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਆਪਣਾ ਕਲੋਨੀਅਲ ਐਕਟ ਬਦਲੋ, 2008 ਦੇ ਵਿੱਚ ਇੱਕ ਕਮੇਟੀ ਬਣਾਉਂਦੇ ਨੇ ਕਿ ਇਹਦੀ ਇੰਪਲੀਮੈਂਟੇਸ਼ਨ ਨੂੰ ਮੋਨੀਟਰ ਕੀਤਾ ਜਾਵੇ, 2012 ਚ ਜਸਟਿਸ JS ਵਰਮਾ ਆਪਣੀਆਂ ਸਿਫਾਰਿਸ਼ਾਂ ਦਿੰਦੇ ਨੇ। ਅਸੀਂ ਇਹ ਸਾਰੇ ਨੂੰ ਇਹਦੇ ਨਾਲ ਜੋੜਨਾ ਸੀ, ਉਹਦੀ ਬਜਾਏ ਸੰਘਰਸ਼ ਜਸਪਾਲ ਤੱਕ ਲਿਮਿਟਡ ਹੋ ਜਾਂਦਾ। ਤੁਹਾਨੂੰ ਜਾਪਦਾ ਇਹਨਾਂ ਸੰਘਰਸ਼ਾਂ ਦੇ ਸੀਮਿਤ ਹੋਣ ਦੇ ਵਿੱਚ ਵੱਡਾ ਰੋਲ ਦਰਅਸਲ ਸਮਝਦਾਰ, ਪੜ੍ਹੇ ਲਿਖੇ, ਅਮੀਰ, ਜਿਨ੍ਹਾਂ ਦੇ ਘਰ 4 ਦਾਣੇ ਹੈਗੇ ਆ, ਉਹਨਾਂ ਦੀ ਬੇਈਮਾਨੀ ਵਾਲੀ ਚੁੱਪ ਦਾ ਜ਼ਿਆਦਾ ਵੱਡਾ ਰੋਲ ਹੈ। ਬੇਈਮਾਨ ਇਹ ਲੋਕ ਨੇ, ਉਹਨਾਂ ਦਾ ਕਸੂਰ ਨਹੀਂ ਜਿਹੜੇ ਮੁੱਦੇ ਨੂੰ ਵੱਡਾ ਨਹੀਂ ਕਰ ਪਾਏ, ਉਹਨਾਂ ਦਾ ਕਸੂਰ ਹੈ ਜਿਨ੍ਹਾਂ ਦੀਆਂ ਸਿਆਸਤ ਤੱਕ ਟੰਗਾ ਬਾਹਾਂ ਹੁਣ ਅੜਦੀਆਂ ਨੇ ਤੇ ਉਹ ਇਹਦੇ 'ਚ ਹਿੱਸਾ ਨਹੀਂ ਪਾਉਣਾ ਚਾਹੁੰਦੇ। ਬਿਲਕੁਲ ਤੁਹਾਡੀ ਗੱਲ ਠੀਕ ਹੈਗੀ। ਯੂਨੀਵਰਸਿਟੀਆਂ ਦੇ ਪ੍ਰੋਫੈਸਰ ਬਿਲਕੁਲ ਚੁੱਪ ਨੇ ਇਹਨਾਂ ਬਾਰੇ, ਜਿਹੜੇ ਕਿ ਜਿਨ੍ਹਾਂ ਕਿ ਕਿਸੇ ਸਮੇਂ ਵਿੱਚ ਉਹ ਇਹਨਾਂ ਲੀਡ ਕਰਦੇ ਸੀਗੇ। ਸਭ ਤੋਂ ਜਾਗਰਤ ਕਲਾਸ ਹੈਗੀ ਹੈ। ਕਾਲਜਾਂ ਦੇ ਜਿਹੜੇ ਟੀਚਰ ਨੇ ਉਹ ਚੁੱਪ ਨੇ। ਇਸ ਤਰ੍ਹਾਂ ਜਿਹੜੀ ਸੋਸਾਇਟੀ ਦੀ ਅਵੇਅਰ ਵਰਗ ਹੈਗਾ, ਚੁੱਪ ਦਾ ਮਤਲਬ ਭਗੌੜੇ ਹੋਣਾ ਹੁੰਦਾ। ਕਿਸੇ ਦਾ ਬੱਚਾ ਮਰ ਰਿਹਾ ਤੁਸੀਂ ਬੋਲ ਨਹੀਂ ਰਹੇ, ਤੁਹਾਨੂੰ ਤਕਲੀਫ ਨਹੀਂ ਹੈ, ਤੁਹਾਨੂੰ ਰੋਸ ਨਹੀਂ ਹੈ। ਸੋਸਾਇਟੀ ਨੂੰ ਲੀਡ ਕਿਹਨੇ ਕਰਨਾ ਹੈ, ਸੋਸਾਇਟੀ ਨੂੰ ਸੇਧ ਕਿਹਨੇ ਦੇਣੀ ਹੈ। ਜੇ ਕੋਈ ਗਲਤ ਗੱਲ ਹੁੰਦੀ ਹੈ ਤਾਂ ਸੇਧ ਦੇਣ ਵਾਲੇ ਲੋਕ ਕੌਣ ਨੇ? ਜਾਂ ਤਾਂ ਉਹ ਯੂਨੀਵਰਸਿਟੀ ਦੇ ਵਿੱਚ ਬੈਠੇ ਪ੍ਰੋਫੈਸਰ ਨੇ, ਜਾਂ ਹੋਰ ਜਿਹੜੇ ਵੱਖਰੇ ਵੱਖਰੇ ਖੇਤਰਾਂ ਵਿੱਚ ਕੰਮ ਕਰ ਰਹੇ ਇੰਟੈਲੈਕਚੁਅਲ ਨੇ, ਜਾਂ ਸੋਸ਼ਲ ਜਿਹੜੇ ਐਕਟਿਵਿਸਟ ਨੇ ਉਹ ਹੈਗੇ ਨੇ। ਉਹ ਤਾਂ ਬਿਲਕੁਲ ਥੋੜਾ ਜਿਹਾ ਕੰਮ ਕਰਕੇ ਉਸ ਤੋਂ ਬਾਅਦ ਉਹ ਬਿਆਨ ਦੇ ਕੇ ਆਪਣਾ ਸਾਰਾ ਕੁਝ ਛੱਡ ਜਾਂਦੇ ਨੇ। ਜਿਹੜੀ ਸਾਡਾ ਸਮਾਜ ਹੈ, ਜਿਹੜਾ ਕਿਸੇ ਪੌਕਟਾਂ 'ਚ ਲੜ ਰਿਹਾ, ਕਿਤੇ ਨਾ ਕਿਤੇ ਲੜ ਰਿਹਾ, ਉਹਨੂੰ ਜਦੋਂ ਵੱਡੀ ਕੋਈ ਸੇਧ ਨਹੀਂ ਮਿਲਦੀ, ਫਿਰ ਉਹ ਉਹਨਾਂ ਦਾ ਜਿਹੜਾ ਮਤਲਬ ਪ੍ਰੋਟੈਸਟ ਹੈ ਉਹ ਲੋਕਲ ਥਾਂ ਤੇ ਸੀਮਿਤ ਹੋ ਕੇ ਰਹਿ ਜਾਂਦਾ ਹੈ। ਇਸ ਤਰ੍ਹਾਂ ਉਸ ਸਮੇਂ ਤੱਕ ਸਰਕਾਰ ਬੜੀ ਐਕਟਿਵ ਹੋ ਜਾਂਦੀ ਹੈ, ਉਹ ਬੰਦੇ ਵਿੱਚ ਪਾ ਲੈਂਦੀ ਹੈ, ਉਹ ਬੰਦਿਆਂ ਦੀ ਲਾਇਲਟੀ ਖਰੀਦ ਲੈਂਦੀ ਹੈ। ਕਈ ਇਸ ਤਰ੍ਹਾਂ ਦਾ ਕੰਮ ਉਹਨਾਂ ਨੂੰ ਤਾਂ ਇਹ ਸਭ ਵੱਲ ਖੂਬ ਆਉਂਦੇ ਨੇ ਨਾ, ਬਹੁਤ ਸਾਰੇ ਜਸਪਾਲ ਦੇ ਪਰਿਵਾਰ ਤੱਕ ਵੀ ਉਹਨਾਂ ਨੇ ਇਦਾਂ ਹੀ ਪਹੁੰਚ ਕੀਤੀ ਹੈ, ਇਸੇ ਕਰਕੇ ਉਹ ਮੂਵਮੈਂਟ ਸਾਰੀ। ਤੁਸੀਂ ਦੇਖੋ ਵੀ ਕਿਤੇ ਫਾਰੂਕ ਪਹਿਲਾਂ ਬੱਸਾਂ 'ਚ ਡਿੱਗ ਕੇ ਇੱਕ ਲੜਕੀ ਮਰੀ, ਉਹ ਮੁੜ ਕੇ ਸਾਰਾ ਪਰਿਵਾਰ ਮੁੜ ਕੇ ਚੁੱਪ ਹੀ ਕਰ ਗਿਆ। ਬਾਅਦ ਵਿੱਚ ਉਹ ਪਹਿਲਾਂ 4-5 ਮਹੀਨੇ ਦਾ ਕੰਮ ਚੱਲਦਾ ਰਿਹਾ, ਉਹ ਵੀ ਤਾਂ ਕਿ ਪੋਲੀਟੀਕਲ ਇੰਟਰਫੀਰੈਂਸ ਹੁੰਦੀ ਚੱਲਦਾ ਰਿਹਾ। ਉਸ ਤੋਂ ਬਾਅਦ ਪਰਿਵਾਰ ਚੁੱਪ ਹੀ ਕਰ ਗਿਆ। ਬਿਲਕੁਲ ਇਸ ਤਰ੍ਹਾਂ ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਹੋਏ ਨੇ ਕਿ ਜਿਹੜਾ ਰੂਲਿੰਗ ਵਰਗ ਹੈ ਉਹ ਫਿਰ ਜਿਹੜੇ ਲੋਕ ਰੌਲਾ ਪਾਉਂਦੇ ਨੇ ਉਹਨਾਂ ਦੀ ਲਾਇਲਟੀ ਨੂੰ ਖਰੀਦ ਲੈਂਦਾ ਹੈ। ਕੀ ਇਹ ਥੱਕੇ ਤੇ ਫਰਸਟ੍ਰੇਟਡ ਲੋਕਾਂ ਦੀ ਵੀ ਨਿਸ਼ਾਨੀ ਹੈ ਦਵੀ ਜੀ? ਮੈਂ ਤੁਹਾਨੂੰ ਤਾਂ ਪੁੱਛ ਰਿਹਾ ਕਿਉਂਕਿ ਬੰਦਿਆਂ ਨੂੰ ਲੱਗਦਾ ਹੈ ਕਿ ਯਾਰ ਜੇ ਵਡੇਰੀ ਲੜਾਈ ਤੁਸੀਂ ਵਿੱਢੋਗੇ ਤਾਂ ਇਹਦੇ ਤਾਂ ਇਮੀਡੀਏਟ ਨਤੀਜੇ ਨਹੀਂ ਆਉਂਦੇ। ਖਲਕਤ ਜਦੋਂ ਦੁਖੀ ਹੁੰਦੀ ਹੈ ਤਾਂ ਉਹ ਇਮੀਡੀਏਟ ਨਤੀਜੇ ਦੇਖਣਾ ਚਾਹੁੰਦੀ ਹੈ। ਉਹਨਾਂ ਨੂੰ ਲੱਗਦਾ ਇਹ 3 ਪੁਲਿਸ ਮੁਲਾਜ਼ਮ ਬਰਖਾਸਤ ਕਰਵਾ ਲੈਣੇ ਆ, ਇਸ ਕੇਸ ਦੇ ਵਿੱਚ ਘੱਟੋ ਘੱਟ ਇਨਸਾਫ ਵਰਗਾ ਕੁਝ ਸਾਹਮਣੇ ਆਵੇਗਾ, ਹੋਪ ਜਾਗੇਗੀ। ਜੇ ਅਸੀਂ ਵਡੇਰੀ ਲੜਾਈ ਵਿੱਚ ਪੈ ਗਏ ਵੀ ਪੁਲਿਸ ਰਿਫਾਰਮਸ ਕਿੱਦਾਂ ਕਰਨੀਆਂ ਨੇ ਤੇ ਹੁਣ ਕਿੱਥੋਂ ਸ਼ੁਰੂ ਕਰੀਏ ਤੇ ਸੈਕੰਡ ਐਡਮਿਨਿਸਟ੍ਰੇਟਿਵ ਰਿਫਾਰਮਸ ਕਮਿਸ਼ਨ ਤੋਂ ਸ਼ੁਰੂ ਕਰੀਏ, ਇਹ ਗੱਲਾਂ ਬੜੀਆਂ ਐਬਸਟਰੈਕਟ ਹੋ ਜਾਂਦੀਆਂ ਨੇ। ਸਾਨੂੰ ਤਾਂ ਟੈਂਜੀਬਲ ਚੀਜ਼ ਸਾਹਮਣੇ ਚਾਹੀਦੀ ਆ, ਮੋਟੀ ਸਾਹਮਣੇ ਦਿਖਾਈ ਦੇਵੇ ਵੀ ਆਹ ਸੀ ਪੁਲਿਸ ਵਾਲਾ, ਅਸੀਂ ਨੌਕਰੀਆਂ ਕਢਾਤਾ, ਇਹ ਸਾਥੀ ਸਾਡੀ ਜਿੱਤ ਹੋ ਗਈ। ਤੇ ਛੋਟੀ ਜਿੱਤ ਦੇ ਨਾਲ ਵੱਡਾ ਜਿਹੜਾ ਮੁੱਦਾ ਹੈ ਉਹ ਗਵਾਚਦਾ ਜਾ ਰਿਹਾ। ਤੁਹਾਨੂੰ ਲੱਗਦਾ ਹੈ ਇਹ ਸਾਡੇ ਸਿਸਟਮ ਨਾਲ ਫਰਸਟ੍ਰੇਟਡ ਹੋ ਜਾਣ ਦੀ ਵੀ, ਐਕਚੁਅਲੀ ਅੰਦਰੋਂ ਹਾਰੇ ਹੋਣ ਦੀ ਵੀ ਨਿਸ਼ਾਨੀ ਹੈ? ਨਹੀਂ, ਅਸੀਂ ਹਾਰੇ ਹੋਏ ਤਾਂ ਹੈਗੇ ਹੀ ਆ, ਹਾਰੇ ਅਸੀਂ ਹੋਏ ਆ, ਪਰ ਫਿਰ ਵੀ ਮੈਂ ਫਰੀਦਕੋਟ ਦੇ ਲੋਕਾਂ ਨੂੰ ਸਲਾਮ ਕਰਦੀ ਆ, ਮੈਂ ਸਲੂਟ ਕਹਿੰਦੀ ਆ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਸ਼ਰੂਤੀ ਦੇ ਮਾਮਲੇ ਵਿੱਚ ਜਿਸ ਤਰ੍ਹਾਂ ਸੰਘਰਸ਼ ਲੜਿਆ ਸੀ, ਕਿਸੇ ਲੌਜੀਕਲ ਐਂਡ ਤੱਕ ਗੱਲ ਪਹੁੰਚਾਈ ਸੀ, ਤੇ ਹੁਣ ਵੀ ਜਸਪਾਲ ਦੇ ਮਾਮਲੇ 'ਚ ਵੀ ਲੱਗਦਾ ਸੀ ਕਿਸੇ ਲੌਜੀਕਲ ਐਂਡ ਤੱਕ ਪਹੁੰਚੂਗੀ। ਪਰ ਕਿਉਂਕਿ ਇੰਡੀਵਿਜੂਅਲ ਉਹ ਇੱਕ ਪਰਿਵਾਰ ਹੈ ਤੇ ਪਰਿਵਾਰ ਵਾਲਿਆਂ ਨੂੰ ਦੱਸਣਾ, ਉਹ ਸਾਈਕੋਲੋਜੀਕਲੀ ਫੜਦੇ ਨੇ ਨਾ ਉਹਨਾਂ ਨੂੰ, ਜਿਹੜੇ ਹੁਕਮਰਾਨ ਨੇ, ਹੁਕਮਰਾਨਾਂ ਦੇ ਦਲਾਲ ਨੇ, ਫੀਲੇ ਨੇ, ਉਹ ਸਾਈਕੋਲੋਜੀਕਲੀ ਫੜਦੇ ਨੇ ਕਿ ਤੁਹਾਨੂੰ ਹੁਣ 4 ਪੈਸੇ ਮਿਲ ਰਹੇ ਨੇ, ਕਿਸੇ ਘਰ ਦੇ ਜੀ ਨੂੰ ਨੌਕਰੀ ਮਿਲ ਜੂ, ਫਿਰ ਇਹ ਵੀ ਨਹੀਂ ਮਿਲਣਾ। ਫਿਰ ਇਹਦਾ ਕੀ ਕਰਨਾ? ਤੁਹਾਡੀ ਅਖਬਾਰ ਹੈ ਤੇ ਇਹ ਫਰਾਈਡੇ ਦੀ ਅਖਬਾਰ ਹੈ ਤੁਹਾਡੀ, ਜਿਹਦੇ ਤੁਸੀਂ ਕੰਮ ਕਰਦੇ ਹੋ ਸਕਦਾ ਕਵਰ ਵੀ ਤੁਸੀਂ ਦਿੱਤੀ ਹੋਵੇ। ਇਹਦੇ ਲਿਖਿਆ ਗੁਰਦੇਵ ਨਗਰ ਕਲੋਨੀ 'ਚ ਖੁੱਲੇ ਖੂਹ ਕਾਰਨ ਹਾਦਸੇ ਦਾ ਖਤਰਾ। ਉਹਨੇ ਰੋਜ਼ ਇੱਕ ਸਾਡੇ ਕੋਲ ਖਬਰਾਂ ਆਉਂਦੀਆਂ ਨੇ, ਸ਼ਰਧਾਲੂਆਂ ਨਾਲ ਭਰੀਆਂ ਗੱਡੀਆਂ ਪਲਟੀਆਂ, ਇੰਨੇ ਬੰਦੇ ਹਲਾਕ, ਰੋਜ਼ ਬੰਦੇ ਐਕਸੀਡੈਂਟਾਂ 'ਚ ਮਰ ਰਹੇ ਨੇ। ਸੰਘਰਸ਼ ਦੀ ਗੱਲ ਮੈਂ ਇੱਕ ਸਿਰੇ ਲਾਉਣਾ ਚਾਹੁੰਦੀ ਹਾਂ। ਮੈਂ ਕਹਿਣਾ ਚਾਹੁੰਦੀ ਕਿ ਜਦੋਂ ਜਸਪਾਲ ਵਰਗੀ ਘਟਨਾ ਵਾਪਰਦੀ ਹੈ ਜਾਂ ਸ਼ਰੂਤੀ ਵਰਗੀ ਘਟਨਾ ਵਾਪਰਦੀ ਹੈ ਤਾਂ ਸਾਰੀ ਸਰਕਾਰੀ ਮਸ਼ੀਨਰੀ, ਜਿਹਦੇ ਵਿੱਚ ਸੋ ਕਾਲਡ ਇਮਾਨਦਾਰ ਸ਼ਾਇਦ ਅਫਸਰਸ਼ਾਹੀ ਵੀ ਸ਼ਾਮਲ ਹੁੰਦੀ ਹੈ, ਪੁਲਿਸ ਤੰਤਰ ਸਾਰਾ ਸ਼ਾਮਲ ਹੁੰਦਾ ਹੈ। ਜਸਪਾਲ ਕਰਕੇ ਨਹੀਂ, ਉਹ ਲੋਕ ਘੋਲਾਂ ਦੇ ਕਾਰਨ, ਕਿਉਂਕਿ ਲੋਕ ਆਗੇ ਸੜਕਾਂ ਤੇ, ਇਸ ਕਰਕੇ ਉਹ ਐਕਟੀਵੇਟ ਹੋਈ। ਉਹ ਸਾਰੀ ਮਸ਼ੀਨਰੀ ਪਹਿਲਾਂ ਕਵਰ ਅਪ ਕਰਦੀ ਹੈ, ਪਹਿਲਾਂ ਉਹ ਸਬੂਤ ਮਿਟਾਉਣ 'ਚ
ਲੱਗ ਜਾਂਦੀ ਹੈ। ਤੇ ਜਦੋਂ ਉਹ ਦੇਖਦੇ ਆ ਕਿ ਪ੍ਰੈਸ਼ਰ ਲੋਕਾਂ ਦਾ ਵੱਧ ਰਿਹਾ ਹੈ ਤੇ ਲੋਕ ਜਦੋਂ ਜਥੇਬੰਦ ਹੁੰਦੇ ਨੇ ਤਾਂ ਉਹਨਾਂ ਕੋਲੇ ਉਸ ਮਸ਼ੀਨਰੀ ਕੋਲੇ ਪੋਲੀਟੀਕਲ ਲੋਕਾਂ ਕੋਲੇ ਪੋਲੀਟੀਕਲ ਸੈਟਅਪ ਕੋਲੇ ਇੱਕ ਲੰਪਨ ਐਲੀਮੈਂਟ ਬੈਠਾ ਹੈ ਜਿਹੜਾ ਉਸ ਸੰਘਰਸ਼ ਨੂੰ ਡੀਟਰੈਕ ਕਰਦਾ ਹੈ। ਤੁਸੀਂ ਇਹ ਹੁਣ ਜਸਪਾਲ ਕਾਂਡ ਵਾਲੇ ਨੂੰ ਦੇਖ ਲਓ, ਉੱਥੇ ਬਹੁਤ ਤਰ੍ਹਾਂ ਇਹੋ ਜਿਹੀਆਂ ਸੀ ਜਿਹੜੀਆਂ ਮਾਰਚ ਨੂੰ ਹੋਰ ਡਾਇਰੈਕਸ਼ਨ ਚ ਲੈ ਕੇ ਜਾਣਾ ਸੈਲੀਬ੍ਰੇਟ ਕਰਨ ਲੱਗ ਪਏ। ਐਗਜ਼ੈਕਟਲੀ, ਅਸੀਂ ਗੈਂਗਸਟਰਸ ਨੂੰ ਸਾਡੇ ਫੋਕ ਸੌਂਗਸ ਤੋਂ ਲੈ ਕੇ ਗੈਂਗਸਟਰਸ ਨੂੰ ਤੇ ਯਾਰ ਇੱਕ ਸ਼ਬਦ ਵੈਲੀ ਸ਼ਬਦ ਵੈਲੀ ਹੁਣ ਗੈਂਗਸਟਰ ਅਸੀਂ ਵੈਲ ਪੁਣੇ ਨੂੰ ਸੈਲੀਬ੍ਰੇਟ ਕਰਦੇ ਹਾਂ, ਅਸੀਂ ਨਸ਼ੇ ਨੂੰ ਸੈਲੀਬ੍ਰੇਟ ਕਰਦੇ ਹਾਂ, ਅਸੀਂ ਉਹਨੂੰ ਲੀ ਤੋਂ ਹਟੇ ਹੋਏ ਉਹਨਾਂ ਨੂੰ ਵਿਸ਼ੇਸ਼ ਰੁਤਬਾ ਦਿੰਦੇ ਹਾਂ। ਦਿਸ ਇਜ਼ ਡੈਥ ਆਫ ਪੋਲਿਟਿਕਸ। ਅਸੀਂ ਉਹਨੇ ਇੱਥੇ ਤੱਕ ਆਣਾ ਸੀ ਫੂਕੂਯਾਮਾ ਸਾਨੂੰ ਉਦੋਂ ਕਹਿੰਦਾ ਸੀਗਾ ਵੀ ਡੈਥ ਆਫ ਪੋਲਿਟਿਕਸ ਦੇ ਦੌਰ ਵਿੱਚੋਂ ਲੰਘ ਰਹੇ ਹਾਂ ਕਿ ਇਹ ਰਾਜਨੀਤੀ ਦੀ ਆਖਰੀ ਮੌਤ ਹੈ। ਅਸੀਂ ਸਰਕਸ ਤੇ ਬ੍ਰੈਡ ਦੋ ਚੀਜ਼ਾਂ ਤੇ ਜੀ ਰਹੇ ਹਾਂ। ਰੋਟੀ ਸਾਨੂੰ ਮਿਲ ਰਹੀ ਹੈ ਤੇ ਸਰਕਸ ਸ਼ਹਿਰ ਵਿੱਚ ਲੱਗੀ ਹੋਈ ਹੈ ਤੇ ਇਹਦੇ ਨਾਲ ਅਸੀਂ ਜੀ ਰਹੇ ਹਾਂ। ਦੇਖੋ ਇਹਦੇ ਚ ਨਾ ਜਿਹੜੀ ਪਹਿਲਾਂ ਉਹ 3000 ਸਾਲ ਪਹਿਲਾਂ ਹੀ ਕਰਦਾ ਸੀ। ਉਹ ਗੁਲਾਮਾਂ ਨੂੰ ਲੈ ਆਉਂਦਾ ਸੀਗਾ ਤੇ ਸ਼ੇਰ ਛੱਡ ਦਿੰਦੇ ਸੀਗੇ, ਸ਼ੇਰ ਚੱਕ ਕੇ ਗੁਲਾਮ ਨੂੰ ਮਾਰਦਾ ਸੀਗਾ, ਲੋਕ ਬੈਠ ਕੇ ਦੇਖਦੇ ਸੀਗੇ, ਰੋਟੀ ਮਿਲ ਜਾਂਦੀ ਸੀਗੀ। ਬਸ ਤਮਾਸ਼ਾ ਹੋ ਰਿਹਾ ਹੋਤਾ ਹੈ ਤਮਾਸ਼ਾ ਮੇਰੇ ਨਹੀਂ। ਦੇਖੋ ਇੱਕ ਗੱਲ ਤਾਂ ਜਿਹੜੀ ਧਾਲੀਵਾਲ ਹੋਣਾ ਨੇ ਕਹੀ ਸੀ ਨਾ, ਬੇਸਿਕਲੀ ਜਿਹੜੀ ਵੀ ਲੜਾਈ ਆ ਲੋਕ ਲੜ ਰਹੇ ਨੇ, ਵੱਖ-ਵੱਖ ਇਸ਼ੂ ਆਉਂਦਾ ਉਹਦੇ ਤੇ ਰਿਐਕਟ ਕਰਦੇ, ਉਹ ਦਿਖਾਈ ਦਿੰਦੀ ਆ ਕਿ ਸਿਸਟਮ ਦੇ ਅੰਦਰ ਵੱਖ-ਵੱਖ ਪੱਧਰ ਤੇ ਬੇਚੈਨੀ ਕਿਸ ਲੈਵਲ ਤੇ ਆ। ਜਦੋਂ ਵੀ ਚਾਹੇ ਜਸਪਾਲ ਵਾਲੀ ਘਟਨਾ ਹੁੰਦੀ ਹੈ ਜਾਂ ਹੋਰ ਆ, ਲੋਕ ਸਿਸਟਮ ਨੂੰ ਭਲਾ ਗਾਲਾਂ ਕੱਢਦੇ ਨੇ ਜਾਂ ਪੋਲੀਟੀਸ਼ੀਅਨ ਨੂੰ ਉੱਥੇ ਬੋਲਣ ਨਹੀਂ ਦਿੰਦੇ। ਉਹਨਾਂ ਦਾ ਜਿਹੜਾ ਲੋਕਾਂ ਦੇ ਨਾਲੋਂ ਠੀਕ ਆ ਮਹੀਨਾ ਡੇਢ ਮਹੀਨਾ ਇਲੈਕਸ਼ਨਾਂ ਵੇਲੇ ਉਤਰਦੇ ਨੇ, ਜਿਹੜਾ ਆਪਰੇਸ਼ਨ ਪਾਰਟ ਆ ਥਰੂ ਐਡਮਿਨਿਸਟ੍ਰੇਸ਼ਨ ਥਰੂ ਪੁਲਿਸ ਕਰਦੇ ਨੇ, ਲੋਕਾਂ ਦਾ ਗੁੱਸਾ ਉਧਰ ਨੂੰ ਵੱਧਦਾ। 2 ਮਹੀਨੇ ਜਿਹੜਾ ਲੋਕਾਂ ਨੇ ਪੂਰਾ ਸੰਵਾਦ ਰਚਾਇਆ ਰਾਜਨੀਤੀ ਨਾਲ, ਉਹ ਕੀ ਸੀ? ਉਹ ਇਹੀ ਸੀ ਨਾ, ਲੋਕਾਂ ਨੇ ਰਿਐਕਟ ਕੀਤਾ। ਜਿਹੜਾ ਵੱਡਾ ਇਸ਼ੂ ਆ ਨਾ, ਜਿਹੜੀਆਂ ਧਿਰਾਂ ਲੜ ਰਹੀਆਂ ਨੇ ਕਲੈਕਟਿਵਲੀ ਕਿਤੇ ਨਾ ਕਿਤੇ, ਉਹਨਾਂ ਨੇ ਜਿਹੜਾ ਕੰਟੀਨਿਊ ਇੱਕ ਪੋਲਿਟਿਕਸ ਵਾਲਾ ਵਰਕ ਕਰਨਾ ਹੁੰਦਾ, ਉਹਦੇ ਤੇ ਡਿਸਯੂਨਿਟੀ ਆ ਇੱਕ ਅਲਟਰਨੇਟਿਵ ਆ। ਜਦੋਂ ਇਹ ਪ੍ਰੋਫੈਸਰ ਮਨਜੀਤ ਹੋਣੀ ਆਮ ਆਦਮੀ ਪਾਰਟੀ ਦੀ ਨੇਰੀ ਚੱਲੀ ਆ, ਉਹ ਵੀ ਇੱਕ ਰਿਐਕਸ਼ਨ ਸੀ, ਉਹ ਮਟੀਰੀਅਲਾਈਜ਼ ਨਹੀਂ ਹੋ ਸਕਿਆ ਲੋਕਾਂ 'ਚ। ਇੱਕ ਜਿਹੜੀ ਆ ਵੱਖ-ਵੱਖ ਲੈਵਲ ਤੇ ਮਾਈ ਪੁਆਇੰਟ ਇਜ਼ ਰਿਐਕਸ਼ਨ ਕ੍ਰੀਏਟ ਕਰਨਾ ਬੜਾ ਆਸਾਨ ਹੈ। ਟੇਕ ਦਿਸ ਸਿਨੈਰੀਓ, ਆਪਾਂ ਜਸਟ ਇੱਕ ਬੁਣਦੇ ਆ। ਬਹੁਤ ਸਾਰੇ ਹਸਪਤਾਲ ਨੇ, ਪ੍ਰਾਈਵੇਟ ਹਸਪਤਾਲ ਨੇ, ਸਾਨੂੰ ਵੀ ਪਤਾ ਉਹਨਾਂ 'ਚੋਂ ਬਹੁਤ ਸਾਰੇ ਮੈਲ ਪ੍ਰੈਕਟਿਸਿਸ ਕਰਦੇ ਨੇ। ਇਹ ਗੱਲ ਤਾਂ ਹੁਣ ਬਹੁਤ ਰਿਸਰਚ ਪੇਪਰਸ, ਬ੍ਰਿਟਿਸ਼ ਮੈਡੀਕਲ ਜਰਨਲ ਦੇ ਰਿਸਰਚ ਪੇਪਰਸ ਨੇ। ਹੀਲਰਸ ਐਂਡ ਪ੍ਰੀਡੇਟਰਸ, ਆਕਸਫੋਰਡ ਯੂਨੀਵਰਸਿਟੀ ਪ੍ਰੈਸ ਦੀ ਬੜੀ ਚਰਚਿਤ ਕਿਤਾਬ ਹੈ ਜਿਸਨੇ ਜੰਮ ਕੇ ਇਹਦਾ ਖੁਲਾਸਾ ਕਰ ਦਿੱਤਾ। ਡਾਕਟਰ ਸੁਮੀਰਨ ਨੰਦੀ ਨੇ, ਵੈਸੇ ਉਹਨਾਂ ਨੇ ਕਿਹਾ, ਮੈਂ ਕਿਤਾਬ 'ਚ ਤੇ ਲਿਖਿਆ ਵੀ 90% ਡਾਕਟਰ ਬੇਈਮਾਨ ਨੇ, ਪਰ ਡਾਟਾ ਗਲਤ ਹੋ ਸਕਦਾ ਹੈ, ਲਗਭਗ 99% ਦੇ ਆਸ-ਪਾਸ ਮੇਰਾ ਅੰਦਾਜ਼ਾ ਹੈਗਾ। ਇਹ ਉਹ ਰਾਸ਼ਟਰੀ ਟੀਵੀ ਚੈਨਲਾਂ ਨੂੰ ਕਹਿ ਰਹੇ ਸੀ। ਮੰਨ ਲਓ ਕੱਲ੍ਹ ਨੂੰ ਹਸਪਤਾਲ ਦੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ, ਉਹਦੇ ਜਿਹੜੇ ਗਾਰਡੀਅਨਸ ਨੇ ਉਹਨਾਂ ਨੂੰ ਪਤਾ ਲੱਗਦਾ ਕਿ ਬੰਦਾ ਤੇ ਸਾਡਾ ਅਸਲ 'ਚ 2 ਦਿਨ ਪਹਿਲਾਂ ਦਾ ਹੀ ਮਰ ਚੁੱਕਾ ਸੀ, ਇਹ ਹਸਪਤਾਲ ਵਾਲੇ ਹੀ ਬਿੱਲ ਪਾਈ ਜਾ ਰਹੇ ਸਨ। ਔਰ ਇਹੋ ਜਿਹੀਆਂ ਘਟਨਾਵਾਂ ਬਹੁਤ ਸਾਹਮਣੇ ਆਉਂਦੀਆਂ ਨੇ। ਹੁਣ ਫੈਮਿਲੀ ਕੀ ਕਰੇਗੀ? ਰੌਲਾ ਪਾਏਗੀ। ਫਿਰ ਫਰੀਦਕੋਟ ਵਰਗੀ ਕੋਈ ਭੀੜ ਉਸ ਜ਼ਿਲ੍ਹੇ ਵਿੱਚ ਬਾਹਰ ਆ ਜਾਏਗੀ, ਧਰਨਾ ਪ੍ਰਦਰਸ਼ਨ ਹੋਵੇਗਾ, ਕੁਝ ਵਾਇਲੈਂਸ ਹੀ ਹੋਵੇਗੀ, ਸ਼ਾਇਦ ਕੁਝ ਸ਼ੀਸ਼ੇ ਵੀ ਟੁੱਟ ਜਾਣ। ਵੈਸੇ ਇਹਦੇ ਬਾਰੇ ਵੀ ਉਹਨਾਂ ਨੇ ਕਾਨੂੰਨ ਬਣਾ ਦਿੱਤਾ ਵੀ ਜੇ ਮਰੀਜ਼ ਦੇ ਵਾਰਸ ਹਸਪਤਾਲ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਤੇ ਕਿੰਨੇ ਸਾਲ ਦੀ ਕੈਦ ਹੋਏਗੀ, ਇਹਦਾ ਬੰਦੋਬਸਤ ਸਰਕਾਰ ਨੇ ਕਰ ਦਿੱਤਾ ਹੈ। ਲੋਕਲ ਪੋਲੀਟੀਸ਼ੀਅਨ ਜਿਹੜਾ ਹੈ, ਉਹ ਤੁਸੀਂ ਕਿਹਾ ਵੀ ਆਪੋਜੀਸ਼ਨ ਪਾਰਟੀ ਵਾਲਾ ਆ ਜਾਏਗਾ, ਹਾਰਿਆ ਸਰਪੰਚ ਜਾਂ ਹਾਰਿਆ ਐਮਐਲਏ ਸਾਹਿਬਾਨ ਜਾਂ ਹਲਕਾ ਇੰਚਾਰਜ, ਉਹ ਵੀ ਉੱਥੇ ਆ ਜਾਏਗਾ। ਫਿਰ ਤੁਹਾਡੇ ਸਾਡੇ ਵਰਗਿਆਂ ਦਾ ਫਰਜ਼ ਵੀ ਹੋਏਗਾ ਵੀ ਅਸੀਂ ਜਾ ਕੇ ਧਰਨੇ ਵਿੱਚ ਬੈਠ ਜਾਈਏ। ਮੇਰੀ ਪ੍ਰੋਬਲਮ ਇਹ ਹੈ ਵੀ ਉਸ ਮੌਤ ਤੋਂ ਪਹਿਲਾਂ ਅੱਜ ਧਰਨਾ ਲਾਉਣ ਦਾ ਦਿਨ ਹੈ। ਅਜੇ ਮੌਤ ਨਹੀਂ ਹੋਈ ਨਾ, ਧਰਨਾ ਲਾਉਣ ਦਾ ਅੱਜ ਦਿਨ ਹੈ ਵੀ ਤੁਸੀਂ ਲੋਕਾਂ ਨੂੰ ਜਿਹੜੀ ਟ੍ਰੀਟਮੈਂਟ ਹਸਪਤਾਲ 'ਚ ਮਿਲਣੀ ਚਾਹੀਦੀ ਹੈ ਪ੍ਰੋਪਰ, ਜੇ ਉਹ ਮਿਲੇ, ਜੇ ਤੁਸੀਂ ਇਨਸ਼ੋਰ ਕਰੋ ਵੀ ਹਾਂ ਸਾਰੇ ਡਾਕਟਰ ਤੇ ਨਰਸਿਸ ਪੂਰੇ ਨੇ, ਹਸਪਤਾਲ ਦੇ ਵਿੱਚ ਦਵਾਈਆਂ ਪੂਰੀਆਂ ਨੇ, ਉੱਥੇ ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਨੇ ਪੂਰੀਆਂ ਨੇ, ਰੈਸਪੀਰੇਟਰੀ ਮਸ਼ੀਨਸ ਜਿਹੜੀਆਂ ਚੱਲਦੀਆਂ ਨੇ, ਵੈਂਟੀਲੇਟਰ ਉੱਥੇ ਹੈਗਾ, ਤੇ ਗਾਰਡੀਅਨਸ ਜਿਹੜੇ ਨੇ ਪੇਸ਼ੈਂਟਸ ਦੇ ਉਹ ਦੇਖ ਰਹੇ ਹੋਣ ਕਿ ਭਾਈ ਡਾਕਟਰ ਤੇ ਨਰਸਾਂ ਆਪਣੀ ਪੂਰੀ ਵਾਹ ਲਾ ਰਹੀਆਂ ਨੇ ਤੇ ਬੰਦਾ ਜਾਵੇ ਮਰ, ਤੇ ਤੁਹਾਨੂੰ ਲੱਗਦਾ ਪੰਜਾਬ ਦੇ ਲੋਕ ਪਾਗਲ ਨੇ ਵੀ ਉਹ ਧਰਨੇ ਲਾਣਗੇ? ਉਹ ਡਾਕਟਰ ਨੂੰ ਜਫੀ ਪਾ ਕੇ ਕਹਿਣਗੇ ਕਿ ਤੁਸੀਂ ਪੂਰਾ ਜ਼ੋਰ ਲਾਇਆ, ਸਾਡਾ ਬੰਦਾ ਗਿਆ, ਪਰ ਅਸੀਂ ਤੁਹਾਡੇ ਪ੍ਰਤੀ ਅਜੇ ਧੰਨਵਾਦੀ ਹਾਂ ਬਹੁਤ ਜ਼ਿਆਦਾ। ਪੀਪਲ ਆਰ ਨਾਟ ਮੈਡ। ਡਾਕਟਰਸ, ਚਲੋ ਤੁਸੀਂ ਐਗਜ਼ਾਮਪਲ ਦਿੱਤੀ, ਹੁਣ ਮੈਨੂੰ ਦੱਸੋ ਵੀ ਜਦੋਂ ਡੈਥ ਕੋਈ ਨਹੀਂ ਹੋਈ ਤਾਂ ਧਰਨੇ ਲਾਣ ਕੌਣ ਜਾਵੇ ਹਸਪਤਾਲ? ਇੱਥੇ ਹੀ ਕਿਸੇ ਵਕੀਲ ਦਾ ਇਨਸਾਫ ਨਾਲ ਕੋਈ ਤਲਕਾਤ ਨਹੀਂ ਤੇ ਕਿਸੇ ਡਾਕਟਰ ਦਾ ਵਕੀਲਾਂ ਨੇ ਲੈ ਜਾਣਾ ਤੁਹਾਨੂੰ ਅਦਾਲਤ। ਕੋਈ ਗੱਲ ਨਹੀਂ, ਉਹਨਾਂ ਦਾ ਆਪਣੇ ਕੇਸ ਨੂੰ ਕਿਵੇਂ ਡਿਫੈਂਡ ਕਰਨਾ, ਉਹਦੇ ਨਾਲ ਤਲਕਾਤ ਹੈ। ਇਨਸਾਫ ਨਾਲ ਕੋਈ ਤਾਲੁਕ ਨਹੀਂ, ਕੋਈ ਤਾਲੁਕ ਨਹੀਂ। ਡਾਕਟਰ ਦਾ ਕਿਸੇ ਮਰੀਜ਼ ਨਾਲ ਕੋਈ ਨਹੀਂ ਰਿਹਾ, ਉਹ ਤੇ ਇੱਕ ਨਵੇਂ ਕਿਸਮ ਦੇ ਜਿੱਦਾਂ ਦੇ ਫੈਸਲੇ ਆ ਰਹੇ ਨੇ, ਮੈਂ ਜੁਡੀਸ਼ਰੀ ਬਾਰੇ ਵੀ ਗੱਲ ਕਹਿ ਸਕਦਾ, ਪਰ ਮੈਨੂੰ ਡਰ ਬੜਾ ਲੱਗਦਾ। ਨਵੇਂ
ਜਿਹੜੇ ਡਾਕਟਰ ਆ ਉਹ ਆਪਣੇ ਆਪ ਚ ਗੈਂਗ ਅਪ ਇਸ ਤਰੀਕੇ ਨਾਲ ਹੋ ਗਿਆ ਕਿ ਤੂੰ ਮੈਨੂੰ ਰਿਕਮੈਂਡ ਕਰ, ਮੈਂ ਉਹਨੂੰ ਕਰਾਂ, ਉੱਥੋਂ ਆ ਤੂੰ ਐਕਸ-ਰੇ ਕਰਾ, ਉੱਥੋਂ ਆ ਟੈਸਟ ਕਰਾ। ਉਹ ਇੱਕ ਐਡਾ ਕਮਿਸ਼ਨ ਕੀ MBBS ਮਤਲਬ ਇਹ ਜਾਨੀ ਦੁਖਾਂਤ ਸਭ ਤੋਂ ਵੱਡਾ ਤੇ ਇਹੀ ਹੈ ਕਿ ਜਿਹੜੀਆਂ ਚੀਜ਼ਾਂ ਕਿਸੇ ਵੇਲੇ ਸੇਵਾ ਹੁੰਦੀਆਂ ਸੀਗੀਆਂ ਜਾਂ ਜਿੱਥੋਂ ਇਨਸਾਫ ਦੇ ਕੋਈ ਦਰਵਾਜ਼ੇ ਖੁੱਲੇ ਨੇੜੇ ਆ ਰਹੇ ਹਾਂ, ਪੜ੍ਹੇ ਲਿਖੇ ਬੇਈਮਾਨ ਤੁਸੀਂ ਕਹਿ ਰਹੇ ਹੋ। ਬਿਲਕੁਲ ਡਾਕਟਰੀ ਦੀ ਸਿੱਖਿਆ ਹਾਸਲ ਕਰਕੇ ਬੇਈਮਾਨੀ ਹੋ ਰਹੀ ਹੈ। ਸਰਕਾਰੀ ਵੀ ਮਿਸ਼ਨ ਨਹੀਂ ਰਹੀ ਹੁਣ, ਸੌਰੀ ਕੋਈ ਗੱਲ ਨਹੀਂ, ਮੇਰੀ ਇੰਨੀ ਗੱਲ ਕਹਿਣੀ ਹੈ ਜਿਹੜੀ ਤੁਹਾਡਾ ਬਾਰ-ਬਾਰ ਸਵਾਲ ਜਿਹਨੂੰ ਮੈਂ ਜੇ ਪਿਨ ਪੁਆਇੰਟਡਲੀ ਉਹ ਗੱਲ ਕਵਾਂ ਜੀ ਕਿ ਲੋਕ ਜਿਹੜੇ ਤੇ ਲੋਕ ਤੇ ਰਿਐਕਟ ਹੀ ਕਰਦੇ ਹੁੰਦੇ, ਲੋਕ ਇਸ਼ੂ ਤੇ ਲੜਦੇ ਹੁੰਦੇ ਕਿਉਂਕਿ ਲੋਕ ਆਰਗੇਨਾਈਜ਼ਡ ਤੇ ਓਡੇ ਵੱਡੇ ਪੱਧਰ ਤੇ ਚੇਤਨ ਸੈਕਸ਼ਨ ਨਹੀਂ ਹੁੰਦਾ। ਇਹ ਕੰਮ ਹੁੰਦਾ ਰਾਜਨੀਤਿਕ ਪਾਰਟੀਆਂ ਦਾ। ਰਾਜਨੀਤਿਕ ਪਾਰਟੀਆਂ ਦੇ ਵਿੱਚ ਮਿਡਲ ਕਲਾਸ ਦਾ ਰੋਲ ਹੁੰਦਾ, ਜਿਹੜਾ ਤੁਸੀਂ ਗੱਲ ਕਹਿ ਰਹੇ ਹੋ, ਜਿਹੜੀ ਮਿਡਲ ਕਲਾਸ ਆਪਣਾ ਰੋਲ ਨਹੀਂ ਨਿਭਾ ਰਹੀ। ਔਰ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਬਿਲਕੁਲ ਤੁਸੀਂ ਠੀਕ ਕਿਹਾ ਕਿ ਜਿਹੜੀ ਇਸ ਕਿਸਮ ਦੀ ਰਾਜਨੀਤਿਕ ਚੇਤਨਾ ਜਾਂ ਰਾਜਨੀਤਿਕ ਆਰਗੇਨਾਈਜ਼ਡ ਪੋਲੀਟੀਕਲ ਪਾਰਟੀਆਂ ਦੀ ਅਸੀਂ ਉਮੀਦ ਕਰਦੇ ਸੀ, ਉਹ ਇਸ ਵੇਲੇ ਬੜਾ ਵੱਡਾ ਖਲਾ ਆ, ਬਹੁਤ ਵੱਡਾ ਵਾਈਡ ਆ। ਇਸੇ ਕਰਕੇ ਕੰਫਰਟ ਜ਼ੋਨ 'ਚ ਬੈਠੀ ਹੈ। ਬਿਲਕੁਲ ਕਿਉਂ ਨਿਕਲੇ ਜਿੱਦਣ ਕਿਸੇ ਦਾ ਜਸਪਾਲ ਲੈ ਨਿਕਲਣਗੇ। ਅਜੇ ਉਹ ਸੈਲਫ ਸਰਵਿੰਗ ਬਣੇ ਹੋਏ ਆ ਕਿਉਂਕਿ ਉਹਨਾਂ ਦਾ ਹਲਵਾ ਮੰਡਾ ਚੱਲ ਰਿਹਾ, ਪਰ ਇਹ ਬਹੁਤੀ ਦੇਰ ਚੱਲਣਾ ਨਹੀਂ। ਜਿੱਦਣ ਉਹ ਨਹੀਂ ਚੱਲੂਗਾ ਤੇ ਫਿਰ ਉਹ ਆਉਣਗੇ ਵੀ, ਕੈਨੇਡਾ ਚਲੇ ਜਾਣਗੇ। ਨਹੀਂ ਕੈਨੇਡਾ ਜਾਣਗੇ, ਉੱਥੇ ਵੀ ਕੁੱਟ ਪੈਣੀ ਹੈ। ਇਸ ਕਰਕੇ ਮੇਰਾ ਇੰਨਾ ਹੀ ਹੈ ਕਿ ਇੱਕ ਮਿੰਟ ਬਸ ਮੈਂ ਇਹੀ ਗੱਲ ਤਾਂ ਕਿ ਗੱਲ ਸਾਫ਼ ਹੋ ਜਾਏ ਕਿਉਂਕਿ ਬਾਰ-ਬਾਰ ਆ ਰਹੀ ਹੈ। ਸਟੇਟ ਜਿਹੜੀ ਆ ਉਹ ਵੈਰੀ ਵੈਲ ਆਰਗੇਨਾਈਜ਼ਡ ਪਾਵਰ ਹੁੰਦੀ ਆ, ਉਹਨਾਂ ਕੋਲ ਬੜੇ ਸਾਧਨ ਹੈ ਔਰ ਸਾਡੇ ਹੀ ਪੈਸੇ ਦੇ ਨਾਲ ਉਹ ਸਾਧਨ ਖਰੀਦੇ ਹੋਏ ਆ। ਉਹਦੇ ਮੁਕਾਬਲੇ ਤੇ ਜਿਹੜੇ ਲੋਕ ਹੈ, ਲੋਕ ਉਸ ਸਿਸਟਮ ਨੂੰ ਰਿਐਕਟ ਕਰਦੇ। ਪਰ ਸਵਾਲ ਇਹ ਤੁਹਾਨੂੰ ਜਿਹੜੀ ਤੁਸੀਂ ਕਹਿੰਦੇ ਕਿ ਲੋਕ ਇਸ਼ੂ ਨੂੰ ਤੇ ਐਡਰੈਸ ਕਰਦੇ ਆ, ਸਿਸਟਮ ਨੂੰ ਐਡਰੈਸ ਨਹੀਂ ਕਰਦੇ। ਜਿਹੜੀ ਸਿਸਟਮ ਦੇ ਫਲॉ ਆ ਉਹਨਾਂ ਤੱਕ ਪਹੁੰਚਣ ਲਈ ਉਹਨਾਂ ਨੂੰ ਇੱਕ ਮਾਧਿਅਮ ਚਾਹੀਦਾ ਜਿਹੜਾ ਮਿਸਿੰਗ ਹੈ। ਥੋੜੀ ਜਿਹੀ ਮੇਰੀ ਵੱਖਰੀ ਰਾਏ ਇਹਨਾਂ ਨਾਲੋਂ, ਮਨਜੀਤ ਜੀ ਨਾਲੋਂ। ਅਸਲ ਵਿੱਚ ਜਿਹੜੀ ਰੂਲਿੰਗ ਕਲਾਸ ਹੈ ਨਾ, ਉਹਨੇ ਜਿਹੜੀ ਵੀ ਇੰਟੈਲੈਕਚੁਅਲ ਕਲਾਸ ਸੀ ਜਾਂ ਜਿਹੜੀ ਵੀ ਬੌਧਿਕ ਕਲਾਸ ਸੀ, ਉਹਦੀਆਂ ਤਨਖਾਹਾਂ ਹੀ ਇੰਨੀਆਂ ਵਧਾਤੀਆਂ ਕਿ ਉਹਦੇ ਅੰਦਰ ਜਿਹੜਾ ਲੜਨ ਦਾ ਜਜ਼ਬਾ ਹੀ ਖਤਮ ਕਰਤਾ। ਉਹ ਇੰਨੇ ਕੰਫਰਟ ਜ਼ੋਨ 'ਚ ਹੈਗੀ, ਉਹਦੇ ਕੋਲ ਵੱਡੀਆਂ ਕਾਰਾਂ ਨੇ, ਵੱਡੇ ਘਰ ਨੇ, ਵੱਡੀਆਂ ਕੋਠੀਆਂ ਨੇ, ਹਨਾ, ਬੱਚੇ ਬਾਹਰ ਸੈੱਟ ਹੋਏ ਨੇ, ਪੜ੍ਹ ਰਹੇ ਨੇ। ਉਹਨਾਂ ਦੇ ਅੰਦਰ ਜਿਹੜੀ ਇੱਕ ਲੜਨ ਨੂੰ ਦਿਲ ਕਰਦਾ ਵੀ ਬੱਚਾ ਸਾਡਾ ਜਿਹੜਾ ਉਹ ਸਮਾਜਿਕ ਕੰਮ ਸ਼ੁਰੂ ਕਰ ਦੇਵੇ, ਇੱਥੇ ਮੇਰੇ ਨਾਲੋਂ ਲੱਗ ਕਿਵੇਂ ਆ ਲਾਵੇ ਤੇ ਪੁਲਿਸ ਤੁਹਾਡਾ ਵਿਚਾਰ ਮੇਰੇ ਨਾਲੋਂ ਲੱਗ ਕਿਵੇਂ ਆ? ਚਲੋ ਨਹੀਂ ਮੰਨ ਲਓ ਤੁਹਾਡੇ ਨਾਲ ਮਿਲਦਾ ਜੁਲਦਾ ਹੈ। ਮਤਲਬ ਸਮਾਜਿਕ ਚੇਤਨਾ ਜਿਹੜਾ ਸਮਾਜਿਕ ਚੇਤਨ ਵਰਗ ਸੀਗਾ, ਉਹਨਾਂ ਦੇ ਅੰਦਰ ਲੜਨ ਦੀ ਸ਼ਕਤੀ, ਇੱਛਾ ਸ਼ਕਤੀ ਖਤਮ ਹੋ ਗਈ ਹੈ। ਮੈਂ ਰੋਕ ਰਿਹਾ ਜੀ, ਦੇਖੋ 90% ਜਿਹੜਾ ਮੇਰਾ ਆਡੀਅנס ਹੈ, ਤੁਸੀਂ ਉਹਦੇ ਬਾਰੇ ਗੱਲ ਕਹੀ ਜਾ ਰਹੇ ਹੋ। ਗੱਲ ਮੈਂ ਪੂਰੀ ਕਰਨੀ ਚਾਹੁੰਦਾ। ਮੈਂ ਕਹਿੰਦਾ ਕਿ ਸਮਾਜ ਟੁੱਟ ਰਿਹਾ ਹੈ, ਉਹਦੇ 'ਚ ਵਿਅਕਤੀਵਾਦ ਭਾਰੂ ਹੋ ਰਿਹਾ ਹੈ। ਵਿਅਕਤੀਵਾਦ ਵਿੱਚ ਉਹ ਜਿਹੜੇ ਵੱਧ ਤਨਖਾਹਾਂ ਵਾਲੇ ਲੋਕ ਨੇ, ਜੋ ਲੀਡ ਪੈਦਾ ਹੋ ਗਈ ਹੈ, ਉਹ ਇਸ ਕੋਲੇ ਡਿਬੇਟ ਕਰ ਰਹੀ ਹੈ। ਮਾਫ ਕਰਨਾ, ਅਸੀਂ ਵੀ ਸਟੂਡੀਓ 'ਚ ਬੈਠ ਕੇ ਬਹਿਸ ਕਰ ਰਹੇ ਹਾਂ, ਧਰਨੇ 'ਚ ਅਸੀਂ ਵੀ ਨਹੀਂ, ਸਾਡੇ 'ਚੋਂ ਨਹੀਂ, ਅਸੀਂ ਵੀ ਸਟੂਡੀਓ 'ਚ ਬੈਠ ਕੇ ਹੀ ਬਹਿਸ ਕਰ ਰਹੇ ਹਾਂ। ਜਿਹੜਾ ਸੜਕ ਤੇ ਜਾ ਰਿਹਾ ਹੈ ਉਹ ਐਕਚੁਅਲੀ ਗਰੀਬ, ਗੁਰਬਾ ਜਾਂ ਬੇਚੇਤਨ ਜਿਹੜਾ ਵਰਗ ਹੈ, ਉਹਦਾ ਬਹੁਤ ਛੋਟਾ ਹੈ। ਤੁਸੀਂ ਦੇਖੋ ਵੀ ਜਿਹੜੇ ਬਿਹਾਰ ਦੇ ਬੱਚੇ ਮਾਰੇ ਨੇ, ਉਹ ਬੱਚੇ, ਉਹਨਾਂ ਦੇ ਪਰਿਵਾਰ ਕਹਿ ਰਿਹਾ ਕਿ ਸਾਡੇ ਗਰੀਬਾਂ ਦੇ ਬੱਚੇ ਮਾਰੇ ਨੇ। ਸਭ ਜਾਣਦੇ ਨੇ, ਵੈਸੇ ਜਿਹੜਾ ਆਡੀਅנס ਦੇਖ ਰਿਹਾ ਨਾ, ਉਹ ਸਭ ਜਾਣਦਾ ਕਿ ਕਿਹੜੇ ਟੀਵੀ ਤੇ ਗੱਲਾਂ ਕਰਨ ਵਾਲੇ ਤੇ ਕਿਹੜੇ ਖੜ ਕੇ ਲੜਨ ਵਾਲੇ। ਜਿਹੜੀ ਗੱਲ ਜਿਹੜੇ ਕਮਿਟਡ ਨੇ, ਵਰਕ ਕਰਦੇ ਨੇ ਸੋਸਾਇਟੀ ਲਈ, ਜੇ ਨਹੀਂ ਕਰ ਰਹੇ ਇੰਟੈਲੈਕਚੁਅਲ ਜਾਂ ਮਿਡਲ ਕਲਾਸ, ਤਾਂ ਉਹ ਕੀਮਤ ਵੀ ਬਹੁਤ ਦੇ ਰਹੀ ਹੈ ਸੋਸਾਇਟੀ। ਵਿਲ ਕਮ ਟੂ ਦੈਟ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਕਿਵੇਂ ਲੋਕ ਘੋਲਾਂ ਦੇ ਨਾਲ ਇੱਕ ਜਾਗਰਤੀ ਫੈਲਦੀ ਹੈ ਸਮਾਜ ਦੇ ਵਿੱਚ। ਬਹੁਤ ਸਾਰੀਆਂ ਅਖਬਾਰੀ ਸੁਰਖੀਆਂ, ਟੀਵੀ ਦੇ ਪ੍ਰੋਗਰਾਮ, ਡਿਬੇਟਸ ਦੇ ਨਾਲ ਤੁਸੀਂ ਜੁੜ ਜਾਂਦੇ ਹੋ ਚਿੰਤਾ ਦੇ ਵਿੱਚ ਕਿ ਫਤਿਹਵੀਰ ਨੂੰ ਛੇਤੀ ਕਿਵੇਂ ਕੱਢਿਆ ਜਾ ਸਕਦਾ ਸੀ, ਜਸਪਾਲ ਦੀ ਹਿਰਾਸਤੀ ਮੌਤ ਨੂੰ ਕਿਵੇਂ ਰੋਕਿਆ ਜਾ ਸਕਦਾ ਸੀ, ਦਿੱਲੀ ਦੇ ਵਿੱਚ ਪੁਲਿਸ ਨੇ ਜੋ ਕੀਤਾ ਇਸ ਕਿਸਮ ਦੀਆਂ ਘਟਨਾਵਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਤੇ ਫਿਰ ਉਨੀ ਹੀ ਛੇਤੀ ਦੇ ਨਾਲ ਉਹ ਸਾਰੇ ਘਟਨਾਕ੍ਰਮ ਤੋਂ ਪੈਦਾ ਹੋਈ એનર્ਜੀ ਡਿਸੀਪੇਟ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਅਸੀਂ ਫਿਰ ਤੋਂ ਰੋਜ਼ਾਨਾ ਕੰਮਾਂ ਵਿੱਚ ਲੱਗ ਜਾਂਦੇ ਹਾਂ, ਜਦੋਂ ਤੱਕ ਇੱਕ ਬੱਚਾ ਹੋਰ ਬੋਰਵੈਲ 'ਚ ਨਹੀਂ ਗਿਰ ਜਾਂਦਾ, ਜਦੋਂ ਤੱਕ ਹਸਪਤਾਲ ਦੇ ਵਿੱਚ ਕਿਸੇ ਦੀ ਨਜਾਇਜ਼ ਮੌਤ ਨਹੀਂ ਹੋ ਜਾਂਦੀ ਜਾਂ ਪੁਲਿਸ ਹਿਰਾਸਤ ਵਿੱਚੋਂ ਕੋਈ ਗਾਇਬ ਨਹੀਂ ਹੋ ਜਾਂਦਾ। ਇਹ ਲਾਰਜਰ ਇਸ਼ੂਜ਼ ਦੇ ਨਾਲ ਅਸੀਂ ਕਿਉਂ ਨਹੀਂ ਜੁੜ ਪਾਉਂਦੇ? ਇਸ ਤੇ ਚਰਚਾ ਵਿੱਚ ਸਾਡੇ ਨਾਲ ਹੈਗੇ ਨੇ ਸਰਬਜੀਤ ਧਾਲੀਵਾਲ ਜੀ, ਪ੍ਰੋਫੈਸਰ ਮਨਜੀਤ ਸਿੰਘ ਜੀ ਅਕੈਡਮੀਸ਼ੀਅਨ ਤੇ ਐਕਟਿਵਿਸਟ, ਦਵੀ ਦਵਿੰਦਰ ਕੌਰ ਜੀ ਸੀਨੀਅਰ ਪੱਤਰਕਾਰ ਅਤੇ ਡਾਕਟਰ ਕੁਲਦੀਪ ਸਿੰਘ ਜੀ ਅਕੈਡਮੀਸ਼ੀਅਨ। ਡਾਕਟਰ ਕੁਲਦੀਪ ਜੀ, ਮੈਂ ਕਿਉਂਕਿ ਤੁਸੀਂ ਸਿਆਸਤ ਨੂੰ ਸਟੱਡੀ ਕਰਦੇ ਹੋ ਤੇ ਮਾਰਕਸਿਜ਼ਮ ਐਂਗਲ ਤੋਂ ਸਟੱਡੀ ਕਰਦੇ ਹੋ, ਮੈਨੂੰ ਇਹ ਦੱਸੋ ਕਿ ਇਹਦੀ ਜਿਹੜੀਆਂ ਜੜ੍ਹਾਂ ਨੇ ਉਹ ਕਿੱਥੇ ਪਈਆਂ ਨੇ? ਕੀ ਕਿਸੇ, ਕਿਉਂਕਿ ਇਹ ਜਿਹੜੀਆਂ ਗੱਲਾਂ ਨੇ ਨਾ ਕਿ ਸਾਥੀ ਸਾਮਰਾਜਵਾਦੀ ਸੋਚ ਹੈ, ਸਾਥੀ ਫਲਾਣੀ ਬਸਤੀਵਾਦੀ ਸੋਚ ਹੈ, ਬਸਤੀਵਾਦੀ ਪੁਲਿਸ ਹੈ,
ਬਹੁਤ ਜਗ੍ਹਾ ਦੇ ਉੱਤੇ ਕਲੋਨੀਅਲ ਪੁਲਿਸ ਉੱਥੇ ਰਹੀ ਹੈ। ਬਾਕੀ ਸਾਰੀਆਂ ਕਾਲੋਨੀਜ਼ ਦੇ ਵਿੱਚ ਵੀ ਤਾਂ ਕਲੋਨੀਅਲ ਪੁਲਿਸ ਹੀ ਸੀ, ਉਹ ਵੀ ਇਸੇ ਤਰੀਕੇ ਨਾਲ ਹੀ ਐਕਟ ਕਰਦੀ ਸੀਗੀ। ਜਿਹੜਾ ਸੱਤਾ ਦਾ ਖਾਸਾ ਹੈ ਉਹ ਹਰ ਮੁਲਕ ਵਿੱਚ ਇਦਾਂ ਦਾ, ਅਮਰੀਕਾ ਕੋਲ ਵੀ ਤਾਂ ਉੱਥੇ ਡੋਨਲਡ ਟਰੰਪ ਹੈਗਾ, ਪਰ ਉੱਥੇ ਕੁਝ ਸਿਸਟਮਸ ਇਨ ਪਲੇਸ ਨੇ। ਜੇ ਕੋਈ ਪੁਲਿਸ ਵਾਲਾ ਗਲਤ ਕਰਦਾ ਫੜਿਆ ਗਿਆ ਤਾਂ ਸੜਕਾਂ ਤੇ ਇੰਜ ਸ਼ਾਇਦ ਨਹੀਂ ਆਣਾ ਪੈਂਦਾ। ਜਿਹੜੀ ਉਹ ਮੂਵਮੈਂਟ ਸੀ ਸਿਵਲ ਰਾਈਟਸ ਦੀ 60s ਦੀ ਰੇਸ ਸੈਗਰੀਗੇਸ਼ਨ ਦੇ ਅਗੇਂਸਟ ਜਿਹੜੀ ਮੂਵਮੈਂਟ ਸੀ, ਉਹਨੇ ਬਹੁਤ ਚੀਜ਼ਾਂ ਨੂੰ ਸਹੀ ਕੀਤਾ। ਮੈਂ ਮੰਨਦਾ ਕਿ ਉੱਥੇ ਵੀ ਬਹੁਤ ਲੜਾਈਆਂ ਲੜਨ ਵਾਲੀਆਂ ਪਈਆਂ ਨੇ, ਪਰ ਸਾਡੇ ਇੱਥੇ ਮੁੱਢਲੀਆਂ ਲੜਾਈਆਂ ਉਸ ਤਰੀਕੇ ਨਾਲ ਨਹੀਂ ਲੜੀਆਂ ਗਈਆਂ। ਦੇਖੋ 2 ਕਾਰਨ ਨੇ, ਬੜਾ ਇੰਪੋਰਟੈਂਟ ਤੁਹਾਡਾ ਸਵਾਲ ਆ, ਕਿਉਂਕਿ ਕੁਝ ਚੀਜ਼ਾਂ ਸਟਰਗਲ ਕਰਕੇ ਲੋਕਾਂ ਨੇ ਗੇਨ ਕੀਤੀਆਂ, ਚਾਹੇ ਇੰਗਲੈਂਡ ਦੀ ਆ, ਚਾਹੇ ਫਰਾਂਸ ਦੀਆਂ ਜਾਂ ਹੋਰਾਂ ਦੇ। ਉਹਨਾਂ ਨੇ ਆਪਣੇ ਇੰਸਟੀਟਿਊਸ਼ਨ ਬਿਲਡ ਕਰ ਲਏ, ਇੰਸਟੀਟਿਊਸ਼ਨ 'ਚ ਬੰਦਾ ਵੀ ਟਰਾਂਸਫਰ ਹੁੰਦਾ। ਸਾਡੇ ਜਿਹੜੇ ਇੰਸਟੀਟਿਊਸ਼ਨ ਦੇ ਵਿੱਚ ਨੋ ਡਾਊਟ 1947 ਤੋਂ 65-70 ਤੱਕ ਇਹੋ ਜਿਹੀ ਸਿਚੁਏਸ਼ਨ ਨਹੀਂ ਸੀ। ਲੋਕਾਂ ਨੇ ਆਪਦਾ ਕੈਪੀਟਲ ਲਾਇਆ, ਵਿੱਚ ਕੰਮ ਕੀਤਾ, ਚਾਹੇ ਨਹਿਰੂ ਪੀਰੀਅਡ ਸੀ। ਉਦੋਂ ਬਾਅਦ 70ਵਿਆਂ ਤੋਂ ਬਾਅਦ ਜਿਹੜੀ ਬਾਅਦ ਵਾਲੀ ਪੀੜ੍ਹੀ ਆਉਂਦੀ ਆ, ਉਹਨਾਂ ਨੇ ਇਸ ਦੌਰ ਦੇ ਵਿੱਚ ਉਹਦੀ ਸੋਸ਼ਲ ਕਮਿਟਮੈਂਟ ਲੂਜ਼ ਕਰਦੀ ਗਈ, ਪੋਲੀਟੀਕਲ ਕਮਿਟਮੈਂਟ ਵੀ ਲੂਜ਼ ਕਰਦੀ ਰਹੀ ਹੈ, ਜਿਹਦੇ ਕਰਕੇ ਸੁਸਾਇਟੀ ਕੀਮਤ ਦਿੰਦੀ ਜਾ ਰਹੀ ਹੈ। ਇਹਦੇ ਚੋਂ ਵੱਡੀ ਕੀਮਤ ਸਾਡਾ ਪੜ੍ਹਿਆ ਲਿਖਿਆ ਯੂਥ ਦੇ ਰਿਹਾ, PhD ਸਟੂਡੈਂਟ, ਸਕਾਲਰ, ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ 'ਚ ਕੰਟਰੀਬਿਊਟ ਕਰਨਾ ਸੀ ਸੁਸਾਇਟੀ ਨੂੰ। ਜੇ ਕਿਸੇ ਇੰਸਟੀਟਿਊਸ਼ਨ ਦਾ ਵਿਕਟਮ ਨੇ, ਉਹ ਵਿਕਟਮ ਬਣ ਰਹੇ ਨੇ ਸਿਚੁਏਸ਼ਨ ਦਾ, ਚਾਹੇ ਉਹ ਵਿਕਟਮ ਹੈ, ਮਿਡਲ ਕਲਾਸ ਵੀ ਵਿਕਟਮ ਹੈ, ਜਿਨ੍ਹਾਂ ਨੂੰ ਲੱਗਦਾ ਕਿ ਕੈਨੇਡਾ 'ਚ ਕੋਈ ਸੁਹਾਵਣਾ ਸੁਪਨਾ ਪਿਆ, ਉਹ ਦਰਅਸਲ ਉਹ ਕਾਰਨ ਉਹਨਾਂ ਨੂੰ ਅੰਡਰ ਕਰੰਟਸ ਦਿਖਾਈ ਦੇ ਰਿਹਾ। ਚਾਹੇ ਉਹ ਬੱਚਾ ਡਿੱਗ ਰਿਹਾ, ਚਾਹੇ ਐਕਸੀਡੈਂਟ ਹੋ ਰਿਹਾ, ਚਾਹੇ ਕਿਤੇ ਕੁੱਟਮਾਰ ਹੋ ਰਹੀ ਹੈ, ਚਾਹੇ ਲੜਕੇ ਲੜਕੀਆਂ ਦੇ ਮਸਲੇ ਹੋ ਰਹੇ ਆ, ਪੜ੍ਹੇ ਲਿਖੇ ਨੂੰ ਦਿਖਾਈ ਦੇ ਰਿਹਾ ਵੀ ਇੱਥੇ ਹਨੇਰੀ ਆ ਰਹੀ ਆ, ਉਸ ਹਨੇਰੀ ਤੋਂ ਭੱਜ ਰਿਹਾ। ਦਿਸ ਇਜ਼ ਵਨ ਟਾਈਪ ਆਫ ਐਸਕੇਪਿਜ਼ਮ। ਉਹਨੂੰ ਇੱਥੇ ਹੀ ਬੈਟਲ ਗਰਾਊਂਡ ਲੜਨੀ ਪਊਗੀ। ਪੜ੍ਹੇ ਲਿਖੇ ਨੂੰ ਜੇ ਨਹੀਂ ਦੇਣਗੇ ਤਾਂ ਉਹ ਕੱਲ ਨੂੰ ਇਹਦੇ ਲਈ ਕੀਮਤ ਜਿਹੜਾ ਸੈਕਸ਼ਨ ਛੱਡ ਚੁੱਕਾ ਇਸ ਵੇਲੋਂ। ਹੁਣ ਯੂਥ ਆ ਜਿਹੜੇ ਜਿਵੇਂ 68 ਦੇ ਵਿੱਚ ਤੁਸੀਂ ਗੱਲ ਕੀਤੀ ਆ, ਉਹ 'ਚ ਸਭ ਤੋਂ ਵੱਡਾ ਸਲੋਗਨ ਸੀ, ਉਹ ਹਰ ਪ੍ਰੋਫੈਸਰ ਨੂੰ ਕਲਾਸ 'ਚ ਸਟੂਡੈਂਟ ਪੁੱਛਦਾ ਸੀ ਖੜ ਕੇ, ਵੇਅਰ ਯੂ ਸਪੀਕ ਫਰੋਮ, ਤੁਸੀਂ ਕਿੱਥੋਂ ਖੜ ਕੇ ਫਿਰਦੇ ਹੋ। ਉਹ ਕਹਿੰਦੇ ਸੀ ਵੀ ਜੇ ਅਸੀਂ ਅਲਟਰਨੇਟਿਵ ਕ੍ਰੀਏਟ ਨਾ ਜੇ ਤੁਸੀਂ ਬਦਲ ਅਲਟਰਨੇਟਿਵ ਕ੍ਰੀਏਟ ਨਹੀਂ ਕੀਤਾ, ਜੇ ਬਦਲ ਕ੍ਰੀਏਟ ਨਹੀਂ ਕੀਤਾ, ਤਾਂ ਤੁਸੀਂ ਉਹੋ ਜੀ ਸਿਚੁਏਸ਼ਨ 'ਚ ਜਿਹੜੀ ਚਲੀ ਜਾਓਗੇ ਜਿਹੜੀ ਥਿੰਕੇਬਲ ਨਹੀਂ, ਉਹ ਸੋਚਿਆ ਵੀ ਨਹੀਂ ਜਾ ਸਕਦਾ। ਤੁਸੀਂ ਮਦਰ ਵੀ ਹੋ, ਮਾਂ ਵੀ ਹੋ, ਪੱਤਰਕਾਰ ਹੋ, ਜਾਗਰੂਕ ਨਾਗਰਿਕ ਹੋ। ਪ੍ਰੈਕਟੀਕਲੀ ਦੱਸੋ, ਸਾਹਮਣੇ ਹਨੇਰੀ ਦਿਸ ਰਹੀ ਹੈ, ਹਨੇਰਾ ਵੀ ਦਿਸ ਰਿਹਾ ਤੇ ਹਨੇਰੀ ਵੀ ਦਿਸ ਰਹੀ ਹੈ। ਜਿੱਥੇ ਹਨੇਰਾ ਹੋਏਗਾ ਤਾਂ ਹਨੇਰੀ ਤਾਂ ਫਿਰ ਆਏਗੀ। ਬਿਲਕੁਲ। ਤੁਸੀਂ ਅੱਜ ਮੇਰੇ ਨੌਜਵਾਨਾਂ ਨੂੰ ਕੈਮਰੇ 'ਚ ਦੇਖ ਕੇ ਕਹੋ ਵੀ ਭਾਈ ਜੇ ਤੁਸੀਂ ਇੱਥੋਂ ਭੱਜ ਸਕਦੇ ਹੋ ਤਾਂ ਭੱਜ ਜਾਓ, ਜਿਹੜਾ ਕੈਨੇਡਾ ਜਾ ਸਕਦਾ ਚਲੇ ਜਾਓ, ਕਿ ਤੁਸੀਂ ਇਹਨਾਂ ਨੂੰ ਕਹੋਗੇ ਭਰਾਵੋ ਕਿਤੇ ਨਾ ਭੱਜਿਓ, ਲੜ ਕੇ ਇੱਥੇ ਚਾਨਣ ਕਰ ਲਾਂਗੇ। ਜਿਹੜੇ ਕੈਨੇਡਾ ਗਏ ਆ ਉਹ ਵੀ ਵਾਪਸ ਆਉਣ ਬਾਰੇ ਸੋਚਣ, ਆਪਾਂ ਇੱਥੇ ਸੁਪਨਾ ਮਰਨ ਨਹੀਂ ਦੇਣਾ, ਆਪਾਂ ਖੜਾ ਕਰ ਲਾਂਗੇ। ਵੇਅਰ ਡੂ ਯੂ ਸਟੈਂਡ ਫਰੋਮ, ਵੇਅਰ ਡੂ ਯੂ ਸਪੀਕ ਫਰੋਮ ਨਾਓ? ਇਹ ਤੁਸੀਂ ਪਰਸਨਲ ਕਰਕੇ ਪੁੱਛ ਰਹੇ ਹੋ ਨੰਬਰ? ਮੈਂ ਪਰਸਨਲ ਕਰਕੇ ਆਲ ਪੋਲਿਟਿਕਸ ਇਜ਼ ਪਰਸਨਲ। ਤੁਸੀਂ ਕਿਹਾ ਨਾ ਸਭ ਟੀਵੀ ਤੇ ਬੈਠ ਕੇ ਗੱਲਾਂ ਕਰਨ ਵਾਲੇ ਨੇ, ਕਰਨਿਆ ਜਾਣ ਵਾਲਾ ਕੋਈ ਨਹੀਂ ਆਪਣੇ ਚੋਂ। ਹਾਂ, ਮੈਂ ਇਹੋ ਹੀ ਕਹਿ ਰਹੀ ਹਾਂ ਕਿ 84 ਵੇਲੇ 80s ਵਿੱਚ ਸਾਰੇ ਪੋਲੀਟੀਕਲ ਲੀਡਰਸ ਦੇ ਨਿਆਣੇ ਕਿੱਥੋਂ ਪੜੇ ਨੇ? ਅਮਰੀਕਾ ਚੋਂ ਪੜੇ ਨੇ ਨਾ। ਤੁਸੀਂ ਇੱਕ ਕੱਲੀ ਕਾਰੀ ਮਾਂ ਤੇ ਸਵਾਲ ਕਰ ਰਹੇ ਹੋ, ਸਾਰੇ ਪੰਜਾਬ ਨੂੰ ਸਵਾਲ ਨਹੀਂ ਕਰ ਰਹੇ। ਸਾਰੀਆਂ ਮਾਵਾਂ ਦਾ ਸਵਾਲ, ਜਾਗਰੂਕ ਮਾਵਾਂ ਨੂੰ ਸਵਾਲ ਹੈ ਕਿ ਕਿਹੜੇ ਦਿਲ ਨਾਲ ਉਹ ਆਪਣੇ ਬੱਚਿਆਂ ਨੂੰ ਅੱਜ ਕਹਿਣ ਕਿ ਪੁੱਤ ਇੱਥੇ ਖੜ, ਆਪਾਂ ਲੜਾਂਗੇ। ਮੈਂ ਇਸ ਲਈ ਪੁੱਛ ਰਿਹਾ, देयर इज अ ਰੀਜ਼ਨ। ਜਿਸ ਵੇਲੇ ਬਹੁਤ ਹਨੇਰਾ ਸੀ ਪੰਜਾਬ ਦੇ ਵਿੱਚ, ਵਿਦੇਸ਼ੀ ਤਾਕਤਾਂ ਦਾ ਰਾਜ ਸੀ, ਖਾਣ ਨੂੰ ਸਾਡੇ ਕੋਲ ਦਾਣੇ ਨਹੀਂ ਸੀ, ਖੇਤੀ ਇੰਨੀ ਲਾਹੇਵੰਦੀ ਨਹੀਂ ਸੀ, ਬਾਬੇ ਚੰਗੇ ਭਲੇ ਮੁਲਕ ਬੈਠੇ ਕੈਨੇਡਾ ਦੇ ਵਿੱਚ ਕਹਿੰਦੇ ਆ ਵੀ ਭਾਈ ਐ ਕਰੋ, ਤਿਆਰੀ ਕਰੋ, ਉੱਠੋ, ਜਹਾਜ਼ ਫੜੀਏ ਤੇ ਚਲੀਏ। ਪੰਜਾਬ ਦੇ ਲਈ ਗਦਰ ਲਿਆ ਦਾਈ, ਵਿਦੇਸ਼ੀਆਂ ਨੂੰ ਭਜਾ ਦਿਆਂਗੇ। ਉੱਥੇ ਸਟਿਮੂਲੈਂਟ ਸੀ ਉਹਨਾਂ ਕੋਲੇ, ਜਿੱਥੇ ਸੁਪਨਾ ਸੀ। ਰੈਸਟੋਰਾਂ ਦੇ ਬਾਹਰ, ਇੱਕ ਮਿੰਟ ਸੁਣੋ, ਰੈਸਟੋਰਾਂ ਦੇ ਬਾਹਰ ਥਾਂ ਲਿਖਿਆ ਹੁੰਦਾ ਸੀ ਡੌਗਸ ਐਂਡ ਇੰਡੀਅਨਸ ਆਰ ਨਾਟ ਅਲਾਉਡ। ਥਾਂ ਲਿਖਿਆ ਸੀ। ਕਹਿੰਦੇ ਸੀ ਅਸੀਂ ਸਿਸਟਮ ਬਿਲਡ ਕਰ ਲਾਂਗੇ, ਇਹ ਕਹਿ ਰਹੇ ਸੀ। ਤੇ ਦੂਜਾ ਉਹ ਸਿਸਟਮ ਬਣਾਉਣਾ ਹੈ, ਉਹ ਕਹਿੰਦੇ ਸੀ ਸਿਸਟਮ ਬਣਾ ਲਾਂਗੇ। ਹੁਣ ਜਿਹੜੇ ਆ ਹੁਣ ਕੈਪੀਟਲਿਜ਼ਮ ਦੇ ਬਲੀਵਰ ਨੇ। ਹਰ ਬੰਦਾ ਕਹਿੰਦਾ ਮੈਂ ਬੱਚਾ ਭੇਜ ਕੇ ਕੈਪੀਟਲਿਜ਼ਮ ਦੇ ਵਿੱਚ ਕਿਵੇਂ ਸਿੱਟਾਂ ਵਾਂ, ਉਹਨੂੰ ਉੱਥੇ ਭਲਾ ਜਾ ਕੇ ਟ੍ਰੈਜੇਡੀ 'ਚ ਚਲਿਆ ਜਾਵੇ, ਦੁਕਾਨ 'ਚ ਚਲਿਆ ਜਾਵੇ। ਜਿੰਨੀ ਸੇਵਿੰਗ ਕੀਤੀ ਹੈ ਮਿਡਲ ਕਲਾਸ ਨੇ, ਉਹ ਸਾਰੀ ਲਾ ਰਹੀ ਹੈ। ਇਸ ਕਰਕੇ ਇਹ ਜਿਹੜਾ ਇੱਕ ਜੋ ਫਤਿਹਵੀਰ ਨਾਲ ਹੋਇਆ, ਜੋ ਜਸਪਾਲ ਨਾਲ ਹੋਇਆ, ਉਹ ਸਾਡੇ ਨਾਲ ਹੋ ਸਕਦਾ। ਜਿਹੜਾ ਇੱਕ ਜਿਹਨੂੰ ਕਹਿੰਦੇ ਵੀ ਹਰ
ਕ੍ਰਾਈਸਿਸ देयर इज एन ਅਲਟਰਨੇਟਿਵ ਕ੍ਰੀਏਟ ਕੀਤਾ ਜਾ ਸਕਦਾ। ਤੁਹਾਡੇ ਕੋਲੇ ਤੁਹਾਡੀ ਇਕਨੋਮੀ ਆ, ਇਕਨੋਮੀ ਦੇ ਤੁਹਾਨੂੰ ਸੋਰਸ ਦਿਖਾਈ ਰਹੇ ਕਿੱਥੋਂ ਨਿਕਲ ਰਿਹਾ ਤੇ ਕੌਣ ਖਾ ਰਿਹਾ, ਇਹਨੂੰ ਪਿੰਨ ਪੁਆਇੰਟ ਕਰਕੇ ਖੜੀ ਕਰ। ਮਨਜੀਤ ਜੀ ਜਿਹੜਾ ਰਾਜਨੀਤਿਕ ਢਾਂਚਾ ਜਿਹੜਾ ਗਲੋਬਲ ਕੈਪੀਟਲ ਹੈ ਸਭ ਕੁਝ ਹੈ, ਕਿਉਂਕਿ ਇਹ ਜਾਪਦਾ ਜਿਵੇਂ ਛੋਟੀ ਘਟਨਾ ਨੂੰ ਜਦੋਂ ਤੱਕ ਅਸੀਂ ਵਡੇਰੇ ਸੰਦਰਭ ਵਿੱਚ ਨਹੀਂ ਸਮਝਾਂਗੇ ਤਾਂ ਉਹ ਫਿਰ ਬੋਰਵੈਲ ਦੇ ਵਿੱਚ ਬੱਚਾ ਡਿੱਗਿਆ ਹੀ ਦਿਖਾਈ ਦੇਗਾ, ਇੱਕ ਨੌਜਵਾਨ ਦੀ ਪੁਲਿਸ ਦੀ ਹਿਰਾਸਤੀ ਮੌਤ ਦਿਖਾਈ ਦੇਵੇਗੀ। ਲਾਰਜਰ ਪਿਕਚਰ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕਿਉਂਕਿ ਤੁਸੀਂ ਸੋਸ਼ੀਓਲੋਜਿਸਟ ਵੀ ਹੋ, ਐਕਟਿਵਿਸਟ ਹੋਣ ਦੇ ਨਾਲ। ਲਾਰਜਰ ਜਿਹੜੀ ਪਿਕਚਰ ਹੈ ਉਹ ਤੇ ਉਹੋ ਜੀ ਹੈ ਜਿਹੋ ਜੀ ਮੋਦੀ ਜੀ ਦੀ, ਉਹੋ ਜੀ ਟਰੰਪ ਦੀ ਹੈ, ਤੇ ਉਹ ਮੈਕਰਨ ਦੀ ਹੈਗੀ ਆ, ਕੋਈ ਬਹੁਤੀ ਨਹੀਂ ਆ। ਉਹਦੀ ਘਰ ਦੀ ਜਿਹੜੀ ਦਿਲ ਤੋੜ ਦੇਣਾ, ਹਾਂ ਜਿਹੜਾ ਨਿਤਿਨ ਯਾਹੂ ਹੈ ਉਹਦੀ ਘਰ ਦੀ ਵੀ ਕਰਪਸ਼ਨ ਚ ਫੜੀ ਗਈ ਹੈ। ਤੇ ਇਸ ਕਰਕੇ ਲਾਰਜਰ ਪਿਕਚਰ ਤੇ ਹੈ ਸਾਰੀ ਇੱਕੋ ਜੀ ਰਾਜਨੀਤੀ ਦੀ। ਸਵਾਲ ਮੈਨੂੰ ਹਿੰਦੁਸਤਾਨ ਬਾਰੇ ਉਹਦੇ ਵਿੱਚ ਪੰਜਾਬ ਵੀ ਆ ਜਾਂਦਾ। ਇੱਕ ਅਹਿਮ ਸਵਾਲ ਇਹ ਹੈ, ਤੁਸੀਂ ਬੜੇ ਇੱਕ ਤਗੜਾ ਪੁਆਇੰਟ ਕਿਹਾ ਸੀਗਾ, ਸਿਵਲ ਰਾਈਟਸ ਮੂਵਮੈਂਟਸ ਜਿਹੜੀ ਆ 1960 ਹਾਂ ਅਮਰੀਕਾ ਵਾਲੀ ਉਦੋਂ ਪਹਿਲਾਂ ਅਬਰਾਹਮ ਲਿੰਕਨ ਦਾ, ਹਾਂ ਨਹੀਂ ਉਦੋਂ ਹਾਂ ਅਬਰਾਹਮ ਲਿੰਕਨ ਦਾ ਉਦੋਂ ਸਲੇਵਰੀ ਨੂੰ ਮੁਕਤ ਕਰਾਉਣਾ ਹੈ ਨਾ। ਤੇ ਦੇਖੋ ਦੋਵਾਂ ਨੇ ਮਾਰ ਕਿਸ ਤਰ੍ਹਾਂ ਖਾਦੀ, ਗੋਲੀ ਨਾ ਮਾਰੇ। ਅਸੀਂ ਕਿੰਨੇ ਕ ਇਹੋ ਜੀ ਸਿਵਲ ਰਾਈਟ ਮੂਵਮੈਂਟ ਕਿਤੇ ਹੈ ਹੀ ਨਹੀਂ ਸਾਡੀ ਹਿਸਟਰੀ, ਕਿਤੇ ਸਿਵਲ ਰਾਈਟ ਮੂਵਮੈਂਟ ਮਾਰਟਨ ਲੂਥਰ ਕਿੰਗ ਸਾਡੇ ਕੋਲੋਂ ਜਦ ਤੱਕ ਅਸੀਂ ਇੱਥੇ ਜਾਤੀਵਾਦ ਮੈਲਕਮ ਐਕਸ ਨਹੀਂ ਹੈ, ਬਿਲਕੁਲ ਜਦ ਤੱਕ ਅਸੀਂ ਜਾਤੀਵਾਦ ਨੂੰ ਜੜੋਂ ਇੱਥੇ ਪੱਟਦੇ ਨਹੀਂ, ਇੱਥੇ ਕੋਈ ਸਾਡਾ ਚੰਗਾ ਸਮਾਜ ਹੋ ਹੀ ਨਹੀਂ ਸਕਦਾ। ਸਾਡਾ ਸਮਾਜ ਹੀ ਨਫ਼ਰਤ ਤੇ ਖੜਾ, ਸਾਡਾ ਇੱਕ ਦੂਜੇ ਤੋਂ ਭਿੰਨ ਭੇਦ ਤੇ ਖੜਾ, ਇੱਕ ਦੂਜੇ ਨੂੰ ਕੰਮ ਨੂੰ ਕਰਨ ਨੂੰ ਬੇਇੱਜ਼ਤੀ ਤੇ ਖੜਾ। ਇਸ ਕਰਕੇ ਇੱਕ ਵੱਡੀ ਸਿਵਲ ਸੁਸਾਇਟੀ ਦੀ ਮੂਵਮੈਂਟ ਚਾਹੀਦੀ। ਸਰਜੀਤ ਜੀ, ਜੇ ਅਦਾਲਤਾਂ ਵਿੱਚ ਕੇਸਿਸ ਇਸ ਤਰੀਕੇ ਨਾਲ ਪੈਂਡਿੰਗ ਹੋਣਗੇ, 31 ਮਿਲੀਅਨ ਕੇਸਿਸ ਪੈਂਡਿੰਗ ਹੈ ਸਬਆਰਡੀਨੇਟ ਅਦਾਲਤਾਂ ਦੇ ਵਿੱਚ, ਜਿਹਦਾ ਤੀਜਾ ਹਿੱਸਾ ਤਾਂ 3 ਸਾਲ ਤੋਂ ਜ਼ਿਆਦਾ ਤੋਂ ਪੈਂਡਿੰਗ ਨੇ, ਕੁਝ ਕੇਸਿਸ ਤਾਂ 20 ਸਾਲਾਂ ਤੋਂ ਪੈਂਡਿੰਗ ਨੇ। ਜੀ ਹਾਈ ਕੋਰਟਸ ਦੇ ਵਿੱਚ 8 ਮਿਲੀਅਨ ਕੇਸਿਸ ਨੇ ਤੇ ਉਹਦੇ ਚੋਂ ਅੱਧੇ ਤੋਂ ਜ਼ਿਆਦਾ 3 ਸਾਲ ਤੋਂ ਵੀ ਜ਼ਿਆਦਾ ਤੋਂ ਪੈਂਡਿੰਗ ਨੇ। ਕਿਸੇ ਨੇ ਨਾ ਜਿਓਗ੍ਰਾਫੀਕਲ ਮੈਪਿੰਗ ਕੀਤੀ ਸੀ ਕੇਸਿਸ ਦੀ ਵੀ, ਜਿੰਨਾ ਕੋ ਬੰਦਾ ਸੁਪਰੀਮ ਕੋਰਟ ਦੇ ਨੇੜੇ ਹੈ ਉਹਨੇ ਕੇਸਿਸ ਜ਼ਿਆਦਾ ਨੇ, ਜਿੱਦਾਂ ਸੁਪਰੀਮ ਕੋਰਟ ਤੋਂ ਦੂਰ ਜਾਈ ਚਲੋ, ਤੁਸੀਂ ਮਦਰਾਸ ਤੱਕ ਪਹੁੰਚ ਜਾਓ, ਉਹਨਾਂ ਨੇ ਕੇਸਿਸ ਘਟਦੇ ਜਾਣਗੇ। ਸੋ ਫਿਜ਼ੀਕਲ ਜਿਹੜੀ ਜਿਓਗ੍ਰਾਫੀਕਲ ਤੁਹਾਡੀ ਕਿੰਨਾ ਡਿਸਟੈਂਸ ਆ ਉਹ ਤੋਂ ਵੀ ਪਤਾ ਲੱਗ ਰਿਹਾ। ਜਦੋਂ ਇਹ ਪੈਂਡੈਂਸੀ ਹੋਏਗੀ, ਅਦਾਲਤਾਂ ਵਿੱਚੋਂ ਇਨਸਾਫ ਮਿਲਣਾ ਇੰਨਾ ਮੁਸ਼ਕਲ ਹੋ ਜਾਏਗਾ। ਮੈਨੂੰ ਲੱਗਦਾ ਪਾਤਰ ਸਾਹਿਬ ਤੋਂ ਖੂਬਸੂਰਤ ਕਿਸੇ ਨੇ ਕਿਹਾ ਹੀ ਨਹੀਂ ਕਿ ਬੰਦੇ ਬਿਰਖ ਹੋ ਜਾਂਦੇ ਨੇ ਅਦਾਲਤਾਂ ਵਿੱਚ ਖੜੇ ਤੇ ਇਨਸਾਫ ਨਹੀਂ ਮਿਲਦਾ। ਉਸ ਵੇਲੇ ਫਿਰ ਪੁਲਿਸ ਇਸ ਕਿਸਮ ਦੀ ਐਕਸਪਲੋਇਟੇਟਿਵ ਹੋ ਜਾਏਗੀ ਕਿ ਭਾਈ ਫਿਰ ਸਾਡੇ ਕੋਲ ਹੀ ਆਣਾ। ਫਿਰ ਤਾਂ ਅਸੀਂ ਚਾਹੁੰਦੇ ਆ ਵੀ ਪੁਲਿਸ ਦੇ ਕੋਲ ਨਹੀਂ ਕਰਦੇ, ਲੋਕ ਕਹਿੰਦੇ ਆ ਕਿ ਭਾਜੀ ਇਹਨੂੰ ਫੜ ਕੇ ਇਹਦੇ 2 ਲਾਓ ਤਾਂ ਕਿ ਇਨਸਾਫ ਹੋਵੇ। ਔਰ ਡੀਸੈਂਟ ਪੀਪਲ, ਉਹਨਾਂ ਨੂੰ ਲੱਗਦਾ ਇਨਸਾਫ ਇਮੀਡੀਏਟ ਹੋ ਜਾਵੇ ਕਿਉਂਕਿ ਅਦਾਲਤ ਵਿੱਚੋਂ ਨਹੀਂ ਮਿਲਣਾ। ਸੋ ਮਾੜੀਆਂ ਅਦਾਲਤਾਂ, ਮਾੜੀ ਸਿਵਲ ਸੁਸਾਇਟੀ, ਮਾੜਾ ਵਕਾਲਤ ਦਾ ਧੰਦਾ, ਫਿਰ ਮਾੜੀ ਪੁਲਿਸ, ਫਿਰ ਮਾੜਾ ਪੋਲੀਟੀਸ਼ੀਅਨ, ਡਾਕਟਰੀ ਵੀ ਕਹਿੰਦੇ ਜਿਹੜੇ ਦਵੀ ਸਹੀ ਪਹੁੰਚ ਰਹੇ ਨੇ ਨਾ। ਉਹ ਕਹਿੰਦੇ ਮੈਂ ਕਿਵੇਂ ਕਹਿ ਦਿਆਂ ਨਾ ਜਾਓ ਕੈਨੇਡਾ, ਮੈਂ ਕਿਦਾਂ ਕਹਿ ਦਿਆਂ, ਮੈਂ ਆਪ ਤਾਂ ਲੜ ਰਹੀ ਹਾਂ ਨਾ। ਹਾਂ ਮੈਂ ਆਪ ਤਾਂ ਲੜ ਰਹੀ ਹਾਂ, ਬਿਲਕੁਲ ਕੋਈ ਕਿਵੇਂ ਕਵੇ। ਮੇਰੇ ਨਿਆਣੇ ਨੂੰ ਮੈਂ ਗਿਵ ਅਸ ਅ ਡ੍ਰੀਮ ਕਿ ਕੁਝ ਹੋਵੇਗਾ, ਅਸੀਂ ਸੜਕ ਤੇ ਆਵਾਂਗੇ, ਲੜਾਂਗੇ, ਤੁਹਾਡੇ ਵਰਗੇ ਲੋਕ ਮੁੱਦੇ ਨੂੰ ਵੱਡਾ ਕਰ ਦੇਣਗੇ। ਨਹੀਂ ਤਾਂ ਅਸੀਂ ਰੋਜ਼ ਸੜਕਾਂ ਤੇ ਸਾਡੇ ਤੋਂ ਉਮੀਦ ਕਰਦੇ ਹੋ ਹਰ ਵਾਰੀ ਹਰ ਜਸਪਾਲ ਲਈ ਸੜਕਾਂ ਤੇ ਆਈਏ, 5 ਬੰਦੇ ਇੱਕ ਦਿਨ ਚ ਮਾਰ ਰਹੇ ਨੇ, ਉਹ 5 ਬੰਦੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਇੱਕ ਦਿਨ ਦੇ ਵਿੱਚ ਹਿੰਦੁਸਤਾਨ ਵਿੱਚ ਮਾਰ ਰਹੇ ਨੇ, ਉਹ 5 ਜਸਪਾਲ ਹਰ ਰੋਜ਼। ਇਸ ਨੂੰ ਸਵੇਰ ਸ਼ਾਮ ਨਿਤਨੇਮ ਵਾਂਗ ਜਪਣਾ ਚਾਹੀਦਾ। ਬੜੀ ਸਾਰਿਆ ਇਹ ਸਾਰਾ ਜਿਹੜਾ ਨਾ ਇਹ ਰਿਪੋਰਟਡ ਨੇ, ਸਿਰਫ ਰਿਪੋਰਟਡ ਨੇ। ਦੇਖੋ ਦੇਸ਼ ਭਗਤੀ ਦੀ ਸਾਰਾ ਜਿਹੜਾ ਬੋਝ ਤੇ ਜ਼ਿੰਮੇਵਾਰੀ ਆਮ ਲੋਕਾਂ ਦੀ ਨਹੀਂ ਹੈ, ਜਿਹੜੇ ਇੱਥੇ ਮੌਜਾਂ ਕਰਦੇ ਖਾਂਦੇ ਪੀਂਦੇ ਆ ਉਹਨਾਂ ਦੀ ਵੀ ਜ਼ਿੰਮੇਵਾਰੀ ਆ। ਜਦੋਂ ਉਹ ਸਾਰੇ ਦੁਨੀਆ ਦੇ ਵਿੱਚ ਆਪਣੀਆਂ ਜਾ ਕੇ ਮਲਟੀਨੈਸ਼ਨਲ ਕਾਰਪੋਰੇਸ਼ਨਾਂ ਲਾਉਂਦੇ ਫਿਰਦੇ ਆ, ਸਾਰੀ ਜਗ੍ਹਾ ਲਾਉਂਦੇ ਫਿਰਦੇ ਆ, ਸਾਡੇ ਮੁੰਡੇ ਕਿਉਂ ਨਾ ਜਾਣ ਜਿੱਥੇ ਜਿਹਨੂੰ ਕੰਮ ਮਿਲਦਾ ਉੱਥੇ ਜਾਣ। ਇੱਕ ਮਿੰਟ ਆਮ ਬੰਦੇ ਨੂੰ ਸਰ, ਇੱਕ ਮਿੰਟ ਆਮ ਬੰਦੇ ਨੂੰ ਕਿਹਾ ਜਾਂਦਾ ਸਬਸਿਡੀ ਗੈਸ ਦੀ ਛੱਡੋ, ਗਾਹਾਂ ਜਿਹੜੇ ਪਾਰਲੀਮੈਂਟ 'ਚ ਬੈਠੇ ਨੇ ਉਹ ਨਿੱਕਾ ਜਿਹਾ ਸੁੱਖ ਸਹੂਲਤ ਨਹੀਂ ਮੈਨੂੰ ਆਮ ਬੰਦੇ ਨਾਲ ਬਹੁਤੀ ਹਮਦਰਦੀ ਹੈ ਨਹੀਂ ਜਿਹੜੇ ਸਬਸਿਡੀ ਗੈਸ ਦੀ ਬੇਸਿਕਲੀ ਨਾ ਤੁਹਾਡੀ ਜਿਹੜੀ ਮੈਨੂੰ ਇਹ ਦੱਸੋ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਬੋਰਵੈਲ ਢੱਕ ਦਿੱਤੇ ਜਾਣ। ਬਾਕੀ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਜਦੋਂ ਕੋਈ ਬੋਰਵੈਲ 'ਚ ਡਿੱਗੂਗਾ ਉਸ ਵੇਲੇ ਉਹ ਉੱਥੇ ਬਿਆਨ ਦੇ ਦੇਣਗੇ, ਜਦੋਂ ਕੋਈ ਬਿਜਲੀ ਦੀਆਂ ਤਾਰਾਂ ਨਾਲ ਚਿਪਕੇਗਾ ਉਦੋਂ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਕਹਿ ਦੇਣਗੇ ਵੀ ਭਾਈ ਬਿਜਲੀ ਦੀਆਂ ਤਾਰਾਂ ਹਟਾ ਦਿਓ। ਜਦੋਂ ਐਕਸੀਡੈਂਟ ਦੇ ਵਿੱਚ ਕੋਈ ਮੌਤ ਇਸ ਕਿਸਮ ਦੇ ਨਾਲ ਹੋ ਜਾਵੇਗੀ ਜਿਹਦੇ ਨਾਲ ਲੋਕ ਮਾਰ ਬਣ ਜਾਵੇ ਤਾਂ ਅਸੀਂ ਐਕਸੀਡੈਂਟਸ ਬਾਰੇ ਫਿਰ ਰੋਡ ਸੇਫਟੀ ਪਾਲਿਸੀ ਬਾਰੇ ਫਿਰ ਸੋਚਾਂਗੇ। ਫਿਲਹਾਲ ਸਾਡੀ ਪਾਲਿਸੀ ਇਹ ਹੈ ਬਈ ਪੰਜਾਬ ਦੇ ਵਿੱਚ ਫੈਟੈਲਿਟੀ ਦਰ ਜਿਹੜੀ ਹੈ 78% ਪਲੱਸ ਹੈ, ਜਿਹਦਾ ਮਤਲਬ ਹੈ 100 ਐਕਸੀਡੈਂਟਾਂ ਦੇ ਵਿੱਚੋਂ 78 ਵਿੱਚ ਬੰਦਾ ਮਰ ਜਾਂਦਾ ਹੈ। ਹਿੰਦੁਸਤਾਨ ਦੀ ਦਰ 23% ਦੇ ਨੇੜੇ ਹੈ, 100 ਐਕਸੀਡੈਂਟਾਂ ਦੇ ਵਿੱਚੋਂ 23 ਵਿੱਚ ਬੰਦਾ ਮਰਦਾ, ਪੰਜਾਬ ਦੇ ਵਿੱਚ 78 ਵਿੱਚ ਮਰਦਾ। ਕਿ ਪੰਜਾਬ ਦੇ ਲੋਕ ਖਾਸ ਤੌਰ ਤੇ ਲਾਪਰਵਾਹ ਨੇ, ਖਾਸ ਤੌਰ ਤੇ ਇਹਨਾਂ ਦੀ ਘਟੀਆ ਡਰਾਈਵਿੰਗ ਹੈ ਕਿ ਖਾਸ ਤੌਰ ਦੇ ਉੱਤੇ ਦਰਅਸਲ ਸਾਡੀ ਰੋਡ ਸੇਫਟੀ ਇੰਜੀਨੀਅਰਿੰਗ ਪੂਅਰ ਹੈ।
ਅਸੀਂ ਨਹੀਂ ਇੰਪਲੀਮੈਂਟ ਕਰ ਰਹੇ। ਐਸਪੀ ਸਿੰਘ ਜਿਹੜੇ ਵੀ ਉਹਨਾਂ ਦੇ ਬਿਆਨ ਆਉਂਦੇ ਭਾਵੇਂ ਬੋਰਵੈਲ ਤੇ ਆਉਣ ਭਾਵੇਂ ਐਕਸੀਡੈਂਟਾਂ ਤੇ ਆਉਣ, ਉਹ ਬਿਆਨਬਾਜ਼ੀ ਆ। ਜਿਸ ਦਿਨ ਦੀ ਮਰਜ਼ੀ ਅਖਬਾਰ ਚੱਕ ਲਓ, ਲੋਕਾਂ ਦੇ ਬੱਚੇ ਮਰੇ ਪਏ ਹੁੰਦੇ ਨੇ, ਪਰ ਫਤਿਹਵੀਰ ਤੇ ਜਿੰਨਾ ਰੌਲਾ ਪੈਂਦਾ, ਜੇ ਇਹੀ ਫਤਿਹਵੀਰ ਇਹ ਸੜਕ ਹਾਦਸੇ ਵਿੱਚ ਮਰ ਜਾਂਦਾ, ਇਹਦੀ ਖਬਰ ਵੀ ਨਹੀਂ ਸੀ ਬਣਦੀ, ਕਿਉਂਕਿ ਹਰ ਰੋਜ਼ ਸੜਕ ਹਾਦਸਿਆਂ ਦੀਆਂ ਖਬਰਾਂ ਹੁਣ ਨਹੀਂ ਬਣਦੀਆਂ। ਹੁਣ ਤੇ ਜੇ ਭਾਈ ਬ੍ਰਾਈਡ ਤੇ ਬ੍ਰਾਈਡ ਗਰੂਮ, ਲਾੜਾ ਤੇ ਲਾੜੀ ਇੱਕੋ ਕਾਰ ਵਿੱਚ ਜਾ ਰਹੇ ਹੋਣ ਤੇ ਐਕਸੀਡੈਂਟ ਹੋ ਜਾਵੇ ਤਾਂ ਖਬਰ ਬਣਦੀ ਹੈ, ਜਾਂ ਤੁਸੀਂ ਵੈਸ਼ਨੋ ਦੇਵੀ ਤੋਂ ਵਾਪਸ ਆ ਰਹੇ ਹੋ ਤੇ ਮਾਰੇ ਜਾਵੋ ਤਾਂ ਖਬਰ ਬਣਦੀ ਹੈ। ਰੂਟੀਨ ਐਕਸੀਡੈਂਟ ਜਿਹਦਾ ਕੋਈ ਮਤਲਬ ਹੀ ਨਹੀਂ ਐਕਸੀਡੈਂਟ ਹੁੰਦਾ, ਉਹਦੀ ਖਬਰ ਬਣਦੀ ਹੈ। ਤੇ ਡੀਸੀ ਸਾਹਿਬ ਉਹ ਬੋਰਡ ਲਾ ਦਿੰਦੇ ਨੇ, ਅੱਗੇ ਪੁਲ ਕਮਜ਼ੋਰ ਹੈ। ਮਤਲਬ ਅੱਗੇ ਪੁਲ ਕਮਜ਼ੋਰ ਹੈ ਦਾ ਕੀ ਮਤਲਬ ਹੈ? ਵੀ ਜਿੱਦਨ ਕੋਈ ਮਰ ਗਿਆ ਤੇ ਡੀਸੀ ਸਾਹਿਬ ਕਹਿਣਗੇ ਭਾਈ ਮੈਂ ਤਾਂ ਬੋਰਡ ਵੀ ਲਾਇਆ ਸੀ ਵੀ ਅੱਗੇ ਪੁਲ ਕਮਜ਼ੋਰ ਹੈ। ਨਹੀਂ, ਖਬਰ ਤਾਂ ਹੁਣ ਕਿਸਾਨ ਮਜ਼ਦੂਰ ਦੀ ਸੁਸਾਈਡ ਹੋਣ ਅਖਬਾਰਾਂ ਦੀ ਪਹਿਲੇ ਪੰਨੇ ਦੀ ਖਬਰ ਨਹੀਂ ਰਹੀ, ਕਿਉਂਕਿ ਅਸੀਂ ਸੜਕਾਂ ਤੋਂ ਲਈ ਨਹੀਂ ਆ ਰਹੇ, ਅਸੀਂ ਇੰਟਰਨਲਾਈਜ਼ ਕਰ ਰਹੇ ਹਾਂ। ਹੋਰ ਜੇ 2 ਫਤਿਹਵੀਰ ਹੋਰ ਹੋ ਜਾਣਗੇ ਅਸੀਂ ਇੰਟਰਨਲਾਈਜ਼ ਕਰ ਲਾਂਗੇ। ਉਸੇ ਸਿਚੁਏਸ਼ਨ 'ਚ ਜਸਪਾਲ ਅਸੀਂ ਐਕਚੁਅਲੀ ਸਾਰੇ ਇੰਟਰਨਲਾਈਜ਼ ਕਰ ਚੁੱਕੇ ਹਾਂ। 5 ਵਾਰੀ ਇਹ ਨਹੀਂ ਆਉਂਦੇ, ਅਸੀਂ ਹਰ ਰੋਜ਼ ਦਿਨ 'ਚ 5 ਵਾਰੀ ਨਹੀਂ ਧਰਨਾ ਲਾਉਂਦੇ, ਅਸੀਂ 1 ਵਾਰੀ ਲਾਇਆ ਜਸਪਾਲ ਤੇ ਧਰਨਾ। ਇਹ ਸਭ ਤੋਂ ਭੈੜੀ ਸਿਚੁਏਸ਼ਨ ਹੁੰਦੀ ਹੈ ਜਦੋਂ ਨੈਟ ਜਿਹੜੀ ਇਸ ਕਿਸਮ ਦੀ ਮੌਤਾਂ ਦੀਆਂ ਖਬਰਾਂ ਆਉਣ, ਉਹਦੇ ਲਈ ਸੰਵੇਦਨਸ਼ੀਲਤਾ ਮਰ ਗਈ ਹੋਵੇ। ਉਹ ਮਰ ਜਾਂਦੇ ਜਿਵੇਂ 84 ਦੇ ਨੇੜੇ ਤੇ 81 82 ਚ ਜਦੋਂ ਕਿੰਨੇ ਅਖਬਾਰਾਂ ਦੇ ਉੱਪਰ ਆਉਂਦੇ ਸੀ ਵੀ ਇੰਨੇ ਮਾਰੇ ਗਏ ਨੇ ਲੋਕ, ਉਦੋਂ ਹੌਲੇ ਲੋਕਾਂ ਨੇ ਖਬਰਾਂ ਪੜ੍ਹਨੀਆਂ ਬੰਦ ਕਰਤੀਆਂ ਸੀ। ਜਦੋਂ ਇਨਸੈਂਸਿਟਿਵ ਸੋਸਾਇਟੀ ਹੋਵੇ, ਉਹ ਬਹੁਤ ਜ਼ਿਆਦਾ ਤਰਾਸਦਿਕ ਸਿਚੁਏਸ਼ਨ ਹੁੰਦੀ ਹੈ ਜਿਹੜੀ ਸਾਡੀ ਸੋਸਾਇਟੀ 'ਚ ਬਣਦੀ ਜਾ ਰਹੀ ਹੈ, ਕਿਉਂਕਿ ਜੇ ਹਿਊਮਨ ਬੀਇੰਗ ਸਭ ਤੋਂ ਉਹਦੀ ਏਜੰਸੀ ਤੇ ਹਿਊਮਨ ਬੀਇੰਗ ਜਿਹਦੇ ਲਈ ਸੋਸਾਇਟੀ ਖੜੀ ਆ, ਜੇ ਉਹੀ ਸੋਚਣਾ ਬੰਦ ਕਰ ਦੇਵੇ, ਇਹ ਦਿਸ ਇਜ਼ ਦੀ ਟ੍ਰੈਜੇਡਿਕ ਸਿਚੁਏਸ਼ਨ ਇਨ ਪੰਜਾਬ, ਇਨ ਐਵਰੀ ਇੰਸਟੀਟਿਊਸ਼ਨ, ਇਨ ਐਵਰੀ ਪੋਲੀਟੀਕਲ ਇੰਸਟੀਟਿਊਸ਼ਨ, ਹਰ ਪੱਧਰ ਤੇ ਬਣ ਗਿਆ ਹੋਇਆ ਹਾਲਾਤ ਨੇ। ਇਹਦੇ 'ਚ ਜਿਹੜੇ ਅਲਟਰਨੇਟਿਵ ਵਾਲੇ, ਜਿਹੜਾ ਤੁਸੀਂ ਪਹਿਲਾਂ ਪੁਆਇੰਟ ਕਿਹਾ ਸੀ, ਉਹ ਲੜਾਈਆਂ ਛੋਟੀਆਂ ਲੜਦੇ ਨੇ, ਬ੍ਰੌਡਰ ਲੜਾਈਆਂ ਲਈ ਉਹਨਾਂ 'ਚ ਵੀ ਯੂਨਿਟੀ ਨਹੀਂ ਗਈ ਵੀ ਕਾਮਨ। ਜਿਵੇਂ ਫਿਲਹਾਲ ਤਾਂ ਉਹਨਾਂ ਨੂੰ ਕੁਝ ਕਹਿਣ ਜੋਗੇ ਨਹੀਂ ਬਚੇ ਸੀ, ਜਿਹੜੇ ਛੋਟੀਆਂ ਲੜ ਰਹੇ ਨੇ ਬਸ ਉਹੀ ਤਾਂ ਲੜ ਰਹੇ ਨੇ। ਨਹੀਂ, ਉਹੀ ਲੜ ਰਹੇ ਨੇ। ਉਹੀ ਕਿਰਤੀ ਕਿਸਾਨ ਯੂਨੀਅਨ ਦੇ ਲੋਕ ਡਾਂਗਾ ਖਾ ਰਹੇ ਨੇ, ਲੜ ਉਹੀ ਰਹੇ। ਛੋਟੇ ਪੱਧਰ ਤੇ ਕਿਸਾਨ, ਮਜ਼ਦੂਰ, ਵਿਦਿਆਰਥੀ, ਇਹ ਜਥੇਬੰਦੀਆਂ ਬਹੁਤ ਕੰਮ ਕਰ ਰਹੀਆਂ ਹੇਠਲੇ ਪੱਧਰ ਤੇ, ਉਹਨਾਂ ਤੋਂ ਤਾਂ ਸਗੋਂ ਸਾਨੂੰ ਸਿੱਖਿਆ ਲੈਣ ਦੀ ਲੋੜ ਹੈ। ਆਦਤ ਹੁੰਦੀ ਐਂਕਰਾਂ ਦੀ ਡਿਬੇਟ ਖਤਮ ਕਰਨ ਲੱਗਿਆ ਨਾ, ਕਹਿਣ ਦੀ ਵੀ ਭਾਈ ਆਸ ਬਣਾਈ ਰੱਖੋ ਤੇ ਸਾਨੂੰ ਲੜਨਾ ਚਾਹੀਦਾ ਹੈ ਸਾਥੀਓ, ਅਸੀਂ ਇੱਕ ਦਿਨ ਚੰਗਾ ਕਰ ਲਵਾਂਗੇ, ਸਾਨੂੰ ਮਿਲ ਜੁਲ ਕੇ ਇਹਨਾਂ ਮੁੱਦਿਆਂ ਨੂੰ ਹੱਥ ਵਿੱਚ ਲੈਣਾ ਚਾਹੀਦਾ ਹੈ, ਸੰਘਰਸ਼ੀਲ ਜਥੇਬੰਦੀਆਂ ਦੇ ਮੁੱਦਿਆਂ ਨੂੰ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ। ਸੱਚੀ ਮੰਨੋ ਤੇ ਕੁਝ ਵੀ ਅਜਿਹਾ ਕਹਿਣ ਦਾ ਦਿਲ ਨਹੀਂ ਕਰ ਰਿਹਾ। ਮੈਂ ਸਿਰਫ ਉਹਨੇ ਵਾਲੀ ਗੱਲ ਦੇ ਨਾਲ ਸੰਪੂਰਨ ਤੌਰ ਤੇ ਸਹਿਮਤ ਹਾਂ ਕਿ ਹਨੇਰਾ ਹੈ ਤੇ ਇਸ ਡਰ ਨਾਲ ਵੀ ਕਿ ਫਿਰ ਹਨੇਰੀ ਆ ਰਹੀ ਹੈ ਤੇ ਫਿਰ ਕਿਸ ਨੂੰ ਵਲੇਟ ਕੇ ਲੈ ਜਾਵੇਗੀ, ਇਹ ਸ਼ਾਇਦ ਅਸੀਂ ਕਿਆਸ ਵੀ ਨਹੀਂ ਕਰ ਸਕਾਂਗੇ। ਇਸ ਕਰਕੇ ਅੱਜ ਕੋਈ ਜਸਪਾਲ ਨਹੀਂ ਮਰਿਆ, ਅੱਜ ਫਤਿਹਵੀਰ ਬੋਰਵੈਲ ਵਿੱਚ ਨਹੀਂ ਗਿਰਿਆ ਕੋਈ ਵੀ, ਤੇ ਅੱਜ ਦਿੱਲੀ ਪੁਲਿਸ ਵਾਲਿਆਂ ਨੇ ਕਿਸੇ ਨੂੰ ਇੰਜ ਨਹੀਂ ਕੁੱਟਿਆ ਕਿ ਉਹਦੀ ਵੀਡੀਓ ਫਿਲਮ ਬਣ ਜਾਵੇ। ਪਰ ਤੁਸੀਂ ਅੱਜ ਵੀ ਵਿਚਾਰ ਕਰ ਲੈਣਾ, ਜੇ ਮਨ ਕਰੇ ਤੇ ਅੱਜ ਬਿਨਾਂ ਫਤਿਹਵੀਰ ਦੇ ਡਿੱਗਣ ਤੋਂ, ਬਿਨਾਂ ਜਸਪਾਲ ਦੇ ਮਾਰੇ ਜਾਣ ਤੋਂ ਤੇ ਬਿਨਾਂ ਪੁਲਿਸ ਵਾਲਿਆਂ ਦੇ ਕੁੱਟਣ ਤੋਂ ਵੀ ਜੇ ਕਿਤੇ ਧਰਨਾ ਪ੍ਰਦਰਸ਼ਨ ਦਾ ਕੋਈ ਪ੍ਰੋਗਰਾਮ ਹੋਵੇ, ਮਿਲ ਕੇ ਬੈਠਣ ਦੀ ਕੋਈ ਸਾਂਝ ਬਣੇ, ਪੋਲੀਟੀਸ਼ੀਅਨਸ ਬਾਰੇ ਗੱਲ ਕਰਨ ਦਾ ਕਿਧਰੇ ਮੂਡ ਹੋਵੇ ਤਾਂ ਕਿਸੇ ਸਾਥੀ ਦੇ ਘਰ ਬੈਠਣਾ ਤੇ ਵਿਉਂਤਣਾ ਸ਼ੁਰੂ ਕਰ ਦਿਓ, ਵਰਨਾ ਹਨੇਰਾ ਤੇ ਹਨੇਰੀ ਦੋਨਾਂ ਦੀ ਘਰ ਬੈਠ ਕੇ ਕੇਵਲ ਇੰਤਜ਼ਾਰ ਕਰਨ ਜੋਗੇ ਰਵਾਂਗੇ। ਅੱਜ ਲਈ ਇੰਨਾ ਹੀ, ਧੰਨਵਾਦ ਤੇ ਰੱਬ ਰਾਖਾ।